ਬੀਕਾਮ ਭਾਗ ਤੀਸਰਾ BA ਅਤੇ BSc ਭਾਗ ਤੀਸਰਾ ਦੇ ਪੰਜਾਬੀ ਲਾਜ਼ਮੀ ਦੇ ਵਿਦਿਆਰਥੀਓ, ਜਿਵੇਂ ਤੁਹਾਨੂੰ ਪਤਾ ਹੀ ਹੈ ਤੁਹਾਡੇ ਸਿਲੇਬਸ ਦੇ ਵਿੱਚ ਇਹੋ ਹਮਾਰਾ ਜੀਵਨਾ ਨਾਵਲ ਜਿਸ ਦੀ ਲੇਖਿਕਾ ਦਲੀਪ ਕੌਰ ਟਿਵਾਣਾ ਹੈ ਉਹ ਲੱਗਿਆ ਹੋਇਆ। ਇਸ ਨਾਵਲ ਦੇ ਹੁਣ ਤੱਕ ਅਸੀਂ 11 ਕਾਂਡਾਂ ਦੀ ਗੱਲ ਕਰ ਚੁੱਕੇ ਹਾਂ, 11 ਚੈਪਟਰਾਂ ਦੀ ਗੱਲ ਕਰ ਚੁੱਕੇ ਹਾਂ। ਇਹ ਨਾਵਲ ਦੇ ਅੰਤਮ ਚੈਪਟਰ ਹੈ ਜਿਨ੍ਹਾਂ ਦੀ ਆਪਾਂ ਹੁਣ ਗੱਲ ਕਰਾਂਗੇ। ਵਿਦਿਆਰਥੀਓ, ਹੁਣ ਤੱਕ ਤੁਸੀਂ ਇਸ ਨਾਵਲ ਦੇ ਵਿੱਚ ਪੇਸ਼ ਹੋਏ ਵਿਸ਼ੇ ਬਾਰੇ ਕਾਫੀ ਕੁਝ ਪੜ੍ਹ ਚੁੱਕੇ ਹੋ, ਸੁਣ ਚੁੱਕੇ ਹੋ। ਔਰ ਇਸ ਨਾਵਲ ਦਾ ਵਿਸ਼ਾ ਜਿਹੜਾ ਉਹ ਭਾਨੀ ਦੇ ਆਸੇ ਪਾਸੇ ਘੁੰਮਦਾ ਹੈ। ਭਾਨੀ ਇਸ ਨਾਵਲ ਦੀ ਕੇਂਦਰੀ ਪਾਤਰ ਹੈ। ਭਾਨੀ ਪੰਜਾਬੀ ਔਰਤ, ਭਾਰਤੀ ਔਰਤ ਦੀ ਪ੍ਰਤੀਨਿਧਤਾ ਕਰਦੀ ਹੈ। ਭਾਰਤੀ ਔਰਤ ਭਾਰਤੀ ਸਮਾਜ ਦੇ ਵਿੱਚ ਕਿਸ ਢੰਗ ਨਾਲ ਵਿਚਰਦੀ ਹੈ, ਪੰਜਾਬੀ ਔਰਤ ਪੰਜਾਬੀ ਸਮਾਜ ਦੇ ਵਿੱਚ ਕਿਸ ਢੰਗ ਨਾਲ ਵਿਚਰਦੀ ਆ, ਉਹਦੀ ਸਥਿਤੀ ਕੀ ਹੈ ਸਮਾਜ ਦੇ ਵਿੱਚ, ਮਰਦ ਪ੍ਰਧਾਨ ਸਮਾਜ ਦੇ ਵਿੱਚ ਔਰਤ ਦੀ ਸਥਿਤੀ ਕੀ ਹੈ, ਇਸ ਦੀ ਪੇਸ਼ਕਾਰੀ ਨਾਵਲਕਾਰਾਂ ਨੇ ਇਸ ਨਾਵਲ ਦੇ ਵਿੱਚ ਬੜੇ ਹੀ ਭਾਵਪੂਰਨ ਢੰਗ ਨਾਲ, ਬੜੇ ਹੀ ਸਪਸ਼ਟ ਢੰਗ ਨਾਲ ਕੀਤੀ ਹੈ। ਵਿਦਿਆਰਥੀਓ, ਇਸ ਚੈਪਟਰ ਦੇ ਵਿੱਚ ਅਸੀਂ ਦੇਖਾਂਗੇ ਕਿ ਭਾਨੀ ਆਪਣੇ ਮੁਕਾਮ ਦੌਰਾਨ, ਜਿਹੜਾ ਮੁਕਾਮ ਜਾਂ ਜਿਹੜਾ ਉਹਦਾ ਠਹਿਰਾ ਜਾਂ ਜਿਹੜਾ ਉਹਦਾ ਵਿਆਹ ਹੋਇਆ ਇੱਕ ਤਰ੍ਹਾਂ ਦੇ ਨਾਲ, ਜਾਂ ਨਰਾਇਣ ਜਿਵੇਂ ਉਹਨੂੰ ਲੈ ਕੇ ਆਇਆ ਆਪਣੇ ਪਿੰਡ। ਭਾਨੀ ਦਾ ਆਪਣਾ ਪੇਕਾ ਪਿੰਡ ਭੜੀਕੇ ਕੋਟਲੇ, ਵਿਆਹ ਉਹਦਾ ਅਸਲ ਦੇ ਵਿੱਚ ਹੋਇਆ ਸੀਗਾ ਸਰਬਣ ਦੇ ਨਾਲ, ਮੋਰਾਂ ਵਾਲੀ। ਸਰਬਣ ਦੀ ਮੌਤ ਤੋਂ ਬਾਅਦ ਫਿਰ ਉਹ ਭੜੀਕੇ ਕੋਟਲੇ ਆ ਗਈ ਸੀ। ਭੜੀਕੇ ਕੋਟਲੇ ਤੋਂ ਬਾਅਦ ਉਹ ਗੰਗਾ ਨਦੀ ਦੇ ਉੱਪਰ ਮਰਨ ਦੇ ਲਈ ਗਈ ਸੀ, ਕਿਉਂਕਿ ਉਹਨੂੰ ਸ਼ੱਕ ਹੋ ਗਿਆ ਸੀ ਕਿ ਉਹਦਾ ਪਿਤਾ ਉਹਨੂੰ ਦੂਸਰੀ ਵਾਰੀ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਇਸ ਨਾਵਲ ਦੇ ਵਿੱਚ ਆਪਾਂ ਬਹੁਤ ਵਾਰੀ ਦੁਹਰਾ ਚੁੱਕੇ ਹਾਂ ਇਹ ਗੱਲਾਂ। ਅੱਜ ਆਪਾਂ ਭਾਨੀ ਦੇ ਇਸ ਚੈਪਟਰ ਦੇ ਵਿੱਚ, ਇਸ ਕਾਂਡ ਦੇ ਵਿੱਚ ਸਥਿਤੀ ਦੀ ਗੱਲ ਕਰਦੇ ਹਾਂ। ਜਿਵੇਂ ਪਿੱਛੇ ਆਪਾਂ ਥੋੜਾ ਜ਼ਿਕਰ ਕੀਤਾ ਸੀਗਾ, ਨਰਾਇਣ ਦੀ ਜਿਹੜੀ ਭੈਣ ਹੈ ਕਰਤਾਰੀ, ਉਹਦਾ ਜੇਠ ਹਰੀਆ, ਉਹ ਨਰਾਇਣ ਦਾ ਦੂਜਾ ਵਿਆਹ ਕਰਨਾ ਚਾਹੁੰਦਾ ਹੈ। ਉਹ ਨਰਾਇਣ ਨੂੰ ਇਹ ਕਹਿੰਦਾ ਕਿ ਤੇਰੇ ਘਰ ਕੋਈ ਬੱਚਾ ਨਹੀਂ ਪੈਦਾ ਹੋਇਆ, ਇਸ ਕਰਕੇ ਤੈਨੂੰ ਦੂਸਰਾ ਵਿਆਹ ਕਰਾ ਲੈਣਾ ਚਾਹੀਦਾ। ਹੁਣ ਨਰਾਇਣ ਕੋਈ ਐਡਾ ਵੱਡਾ ਲੈਂਡਲੋਰਡ ਬੰਦਾ ਤਾਂ ਹੈ ਨਹੀਂ ਸੀ ਕਿ ਉਹਦਾ ਦੂਸਰਾ ਵਿਆਹ ਹੁੰਦਾ, ਪਰ ਕਿਉਂਕਿ ਹਰੀਏ ਦੀ ਜਿਹੜੀ ਪਤਨੀ ਸੀ, ਉਹਦੀ ਭੈਣ ਹੈ ਨਾ, ਜਿਹੜੀ ਹਰੀਏ ਦੀ ਸਾਲੀ, ਉਹ ਉਹਦੇ ਸਹੁਰਿਆਂ ਦੁਆਰਾ ਛੱਡ ਦਿੱਤੀ ਗਈ ਸੀਗੀ ਤੇ ਉਹ ਚਾਹੁੰਦੇ ਸੀ ਕਿ ਦੂਰੀ ਵਾਰ ਉਹਦਾ ਵਿਆਹ ਹੋ ਜਾਵੇ ਕਿਤੇ, ਤੇ ਨਰਾਇਣ ਤੋਂ ਵਧੀਆ ਉਹਨਾਂ ਲਈ ਕੋਈ ਵਰ ਨਹੀਂ ਲੱਭ ਸਕਦਾ ਸੀਗਾ। ਨਰਾਇਣ ਇਸ ਲਈ ਕਿਉਂਕਿ ਨਰਾਇਣ ਦਾ ਘਰ ਦੀ ਹਾਲਤ ਉਸ ਸਮੇਂ ਦੇ ਜਿਹੜੇ ਦੂਸਰੇ ਘਰ ਹੈਗੇ ਆ ਉਹਨਾਂ ਨਾਲੋਂ ਆਰਥਿਕ ਤੌਰ ਤੇ ਵਧੀਆ ਸੀਗੀ। ਇੱਕ ਵਿਦਿਆਰਥੀ ਇੱਥੇ ਕਿਤੇ ਨਾ ਕਿਤੇ ਜਿਹੜੀ ਭਾਨੀ ਨੇ ਆ ਕੇ ਨਰਾਇਣ ਦੇ ਘਰ ਦੀ ਹਾਲਤ ਨੂੰ ਬਦਲ ਦਿੱਤਾ, ਕਾਇਆਕਲਪ ਕਰਤਾ ਇੱਕ ਤਰ੍ਹਾਂ ਨਾਲ ਉਸਦਾ। ਕਿਵੇਂ? ਉਹਦੇ ਘਰ ਦੀ ਸਾਫ਼ ਸਫਾਈ, ਉਹਦੀ ਜ਼ਮੀਨ ਦੇ ਉੱਪਰੋਂ ਆਉਣ ਵਾਲੀ ਆਮਦਨ ਦਾ ਹਿਸਾਬ ਕਿਤਾਬ, ਅਤੇ ਨਰਾਇਣ ਦੇ ਜਿਹੜੇ ਪਹਿਨਣ ਵਾਲੇ ਕੱਪੜੇ, ਉਹਦੀ ਦਿੱਖ, ਸਭ ਕੁਝ ਉਹਨੇ ਸਵਾਰਤਾ, ਉਹਦਾ ਕਾਇਆਕਲਪ ਕਰਤਾ ਸੀ। ਤੇ ਪਿੰਡ ਦੇ ਵਿੱਚ ਨਰਾਇਣ ਹੁਣ ਕਹਿੰਦੇ ਕਹਾਉਂਦੇ ਲੋਕਾਂ ਦੇ ਵਿੱਚ ਸ਼ਾਮਲ ਹੋ ਗਿਆ ਸੀ। ਬੇਸ਼ੱਕ ਉਹ ਅਮਲ ਕਰਦਾ ਸੀ, ਬੇਸ਼ੱਕ ਉਹ ਅਫੀਮ ਖਾਂਦਾ ਸੀ ਜਾਂ ਨਸ਼ੇ ਕਰਦਾ ਸੀ, ਪਰ ਫਿਰ ਵੀ ਉਹਦੇ ਨਸ਼ੇ ਲਿਮਟ ਦੇ ਵਿੱਚ ਹੋ ਗਏ। ਉਹ ਆਮ ਇਨਸਾਨਾਂ ਦੀ, ਜਿਉਂਦੇ ਇਨਸਾਨਾਂ ਦੇ ਵਿੱਚ ਆ ਗਿਆ। ਉਹਦੀ ਜਿਹੜੀ ਪਹਿਚਾਣ ਸੀਗੀ ਪਿੰਡ ਦੇ ਵਿੱਚ, ਏਰੀਏ ਦੇ ਵਿੱਚ, ਜਾਂ ਉਹਦੇ ਆਪਣੇ ਕੁਣਬੇ ਦੇ ਵਿੱਚ, ਉਹ ਫਿਰ ਤੋਂ ਸਥਾਪਿਤ ਹੋ ਗਈ ਸੀ। ਭਾਨੀ ਨੇ ਇਹ ਕਾਰਜ ਕੀਤਾ ਸੀਗਾ। ਹੁਣ ਅਸੀਂ ਅੱਜ ਇਸ ਕਾਂਡ ਦੇ ਵਿੱਚ ਦੇਖਦੇ ਹਾਂ। ਅਸੀਂ ਪਹਿਲਾਂ ਪਿਛਲੇ ਕਾਂਡਾਂ 'ਚ ਥੋੜਾ ਇਹ ਵੀ ਦੇਖਿਆ ਸੀ ਕਿ ਭਾਨੀ ਨੂੰ ਜਦੋਂ ਇਹ ਪਤਾ ਲੱਗਦਾ ਹੈ ਕਿ ਨਰਾਇਣ ਆਪਣਾ ਦੂਸਰਾ ਵਿਆਹ ਕਰਾਉਣਾ ਚਾਹੁੰਦਾ ਹੈ ਤਾਂ ਉਹ ਔਟਲੀ ਜੀ ਰਹਿਣ ਲੱਗ ਗਈ ਸੀ, ਮਾਨਸਿਕ ਤੌਰ ਤੇ ਉਹ ਪਰੇਸ਼ਾਨ ਰਹਿਣ ਲੱਗ ਗਈ ਸੀ। ਹੁਣ ਇਸ ਨਾਵਲ ਦੇ ਵਿੱਚ ਦੇਖਦੇ ਹਾਂ, ਸੰਤੀ ਦੇ ਕੋਲ ਘਰ ਬੈਠੀ ਹੈ, ਸੰਤੀ ਦੇ ਨਾਲ ਗੱਲਾਂ ਕਰ ਰਹੀ ਹੈ, ਤੇ ਸੰਤੀ ਨਾਲ ਜਿਹੜੀਆਂ ਗੱਲਾਂ ਕਰ ਰਹੀ ਹੈ ਉਹ ਸਾਰੀਆਂ ਗੱਲਾਂ ਦੇ ਵਿੱਚ ਕਿਤੇ ਨਾ ਕਿਤੇ ਉਹਨੂੰ ਸਾਨੂੰ ਮਹਿਸੂਸ ਹੁੰਦਾ ਹੈ ਕਿ ਉਹਦੀਆਂ ਗੱਲਾਂ ਦੇ ਵਿੱਚ ਨਿਰਾਸ਼ਤਾ ਹੈਗੀ ਹੈ, ਉਹਦੀਆਂ ਗੱਲਾਂ ਦੇ ਵਿੱਚ ਨਿਰਾਸ਼ਾਵਾਦੀ ਵਿਚਾਰ ਪੇਸ਼ ਹੋ ਰਹੇ ਹੈ। ਤੇ ਇਸ ਕਾਂਡ ਦੇ ਵਿੱਚ ਉਹਦੇ ਜਦੋਂ ਸੱਟ ਲੱਗਦੀ ਹੈ ਤਾਂ ਉਹ ਹਸਪੀਟਲ ਚਲੀ ਜਾਂਦੀ ਹੈ। ਹਸਪੀਟਲ ਤੋਂ ਵਾਪਸ ਆਉਂਦੀ ਹੈ, ਦੇਖਦੀ ਹੈ ਕਿ ਨਰਾਇਣ ਦਾ ਦੂਜਾ ਵਿਆਹ ਹੋ ਚੁੱਕਾ ਹੁੰਦਾ। ਇਹ ਸਾਰੀ ਘਟਨਾਕ੍ਰਮ ਨੂੰ ਇਸ ਕਾਂਡ ਦੇ ਵਿੱਚ ਨਾਵਲਕਾਰਾਂ ਨੇ ਪੇਸ਼ ਕੀਤਾ।
ਆਪਾਂ ਇਹਦੀ ਪਹਿਲਾਂ ਪੜ੍ਹਤ ਲਈਏ, ਫਿਰ ਆਪਾਂ ਇਹਦੇ ਵਿਸ਼ੇ ਦੀ ਗੱਲ ਕਰਾਂਗੇ। ਬਦਲਦੀ ਰੁੱਤ, ਢਲਦੀ ਦੁਪਹਿਰ, ਰੁੱਖੀ ਜਿਹੀ ਹਵਾ, ਉਦਰਿਆ ਜੀ ਭਾਨੋ ਸੰਤੀ ਕੋਲ ਬੈਠੀ ਸੀ। ਕਹਿੰਦੀ ਵੀ ਰੁੱਤ ਬਦਲ ਰਹੀ ਸੀਗੀ, ਦੁਪਹਿਰਾਂ ਢਲ ਰਹੀਆਂ ਸੀ, ਆਮ ਦਿਨਾਂ ਦੇ ਵਰਗਾ ਦਿਨ ਸੀਗਾ, ਰੁੱਖੀ ਜੀ ਹਵਾ, ਖੁਸ਼ਕ ਹਵਾ ਹੋ ਗਈ ਸੀ, ਤੇ ਸੰਤੀ ਦੇ ਕੋਲ ਭਾਨੋ ਬੈਠ ਕੇ ਉਦਰੀਆਂ ਜਿਹੀਆਂ ਗੱਲਾਂ ਕਰ ਰਹੀ ਸੀਗੀ, ਉਦਾਸ ਜਿਹੀਆਂ ਗੱਲਾਂ ਕਰ ਰਹੀ ਸੀਗੀ। ਇਸ ਦੁਨੀਆ ਦੇ ਉੱਪਰ ਇੱਕ ਸੰਤੀ ਸੀ, ਦੂਸਰਾ ਪਾਤਰ ਜਿਹੜਾ ਇਸ ਦੁਨੀਆ ਦੇ ਉੱਪਰ ਅਸੀਂ ਦੇਖਦੇ ਹਾਂ ਭਾਨੀ ਦੀ ਜ਼ਿੰਦਗੀ ਦੇ ਵਿੱਚ ਆਇਆ। ਸਰਬਨ ਤੋਂ ਬਾਅਦ ਸੰਤੀ ਸੀ ਜਿਹੜੇ ਉਹਦੇ ਦੁੱਖ ਸੁੱਖ ਸੁਣ ਲੈਂਦੀ ਸੀ, ਦੁੱਖ ਸੁੱਖ ਉਹਦੇ ਫਰੋਲਦੀ ਸੀ, ਔਰ ਉਹਨੂੰ ਕਿਤੇ ਨਾ ਕਿਤੇ ਥੋੜਾ ਬਹੁਤਾ ਸੰਤੀ ਦੇ ਕੋਲ ਆ ਕੇ ਸ਼ਾਂਤੀ ਮਿਲਦੀ ਸੀ। ਬੇਬੇ ਸੰਤੀ ਤੈਨੂੰ ਕੀ ਦੱਸਾਂ, ਰਾਤ ਤਾਂ ਮੈਂ ਅਜੇ ਰੋਟੀ ਲਾ ਕੇ ਹੀ ਹਟੀ ਸੀ, ਖਾਸਾ ਹਨੇਰਾ ਹੋਇਆ ਪਿਆ ਸੀ, ਊਂ ਤਾਂ ਮੈਨੂੰ ਨਾ ਜਾਣੀ ਕਿਸੇ ਨੇ ਬੀਹੀ ਵਿੱਚੋਂ ਹਾਕ ਮਾਰੀ। ਮੈਂ ਨਾ ਬੇਬੇ ਸੰਤੀ ਝੱਟ ਦੇ ਕੇ ਬਾਹਰ ਆਈ, ਮੈਨੂੰ ਨਾ ਜਿਵੇਂ ਕੋਈ ਬੁਲਾਉਂਦਾ ਹੈ, ਪਰ ਬਾਹਰ ਆ ਕੇ ਦੇਖਿਆ ਤਾਂ ਕੋਈ ਨਹੀਂ ਸੀ। ਮੈਂ ਸੋਚਾਂ ਬਈ ਮਨਾ, ਮੈਨੂੰ ਇਹ ਭੌਜਲ ਜਾਂ ਕਿਉਂ ਦਿਖਾਈ ਦਿੱਤਾ? ਭੌਜਲ ਹੁੰਦਾ ਹੈਗਾ, ਮੈਨੂੰ ਭੁਲੇਖਾ ਜਾਂ ਕਿਉਂ ਪਿਆ? ਇਹ ਭੁਲੇਖਾ ਜਾਂ ਮੈਨੂੰ ਕਿਉਂ ਦਿਖਾਈ ਦੇ ਰਿਹਾ? ਉਹੀ ਭਾਨੋ ਤੈਨੂੰ ਭੁਲੇਖਾ ਲੱਗਿਆ ਹੋਣਾ, ਨਾਲੇ ਅਗਲੀ ਮੱਤ ਇਉਂ ਹਾਕ ਪਈ ਤੇ ਜਾਈਦਾ ਨਹੀਂ ਹੁੰਦਾ। ਸੰਤੀ ਉਹਨੂੰ ਅੱਗੋਂ ਸਲਾਹ ਦਿੰਦੀ ਹੈ, ਸਿਆਣਿਆਂ ਵਾਲੀ ਇੱਕ ਮੱਤ ਦਿੰਦੀ ਹੈ ਕਿ ਇਸ ਤਰ੍ਹਾਂ ਜੇਕਰ ਕੋਈ ਬਾਹਰੋਂ ਆਵਾਜ਼ ਪਵੇ ਤਾਂ ਅਚਨਚੇਤ ਬਾਹਰ ਨਹੀਂ ਜਾਈਦਾ ਹੁੰਦਾ। ਭਾਨੀ ਆਪਣੀ ਗੱਲ ਅੱਗੇ ਜਾਰੀ ਰੱਖਦੀ ਹੈ। ਫੇਰ ਨਾ ਬੇਬੇ ਰਾਤ ਸੁਪਨੇ 'ਚ ਮੈਨੂੰ ਮੇਰੀ ਮਾਂ ਦਿਖਾਈ ਦਿੱਤੀ। ਜਾਨੀ ਨਾ ਕਹਿੰਦੇ ਆ ਕੁੜੇ, ਕਹਿੰਦੀ ਉਹ ਮੈਨੂੰ ਮਾਂ ਮੇਰੀ ਕਹਿ ਰਹੀ ਹੈ ਸੁਪਨੇ ਦੇ ਵਿੱਚ। ਕੀ ਕਹਿ ਰਹੀ ਹੈ? ਜਾਨੀ ਨਾ ਕਹਿੰਦੀ, ਐ ਕੁੜੇ ਭਾਨੋ ਮਰ ਗਈ ਕੁੜੇ, ਮੈਂ ਤੈਨੂੰ ਟੋਲਦੀ, ਮੈਨੂੰ ਤਾਂ ਪਾਣੀ ਪਿਆ, ਮੈਂ ਤਾਂ ਵਾਲੀਓ ਧਿਆਈ ਹਾਂ। ਫੇਰ ਪਿਆਤਾ ਤੈ ਪਾਣੀ? ਸੰਤੀ ਨੇ ਚਟਨੀ ਕੁੱਟਦੀ ਨੇ ਸੋਟਾ ਪਰਾਂ ਰੱਖਦਿਆਂ ਪੁੱਛਿਆ। ਕੋਟਾ ਹੁੰਦਾ, ਕੋਟੇ ਨਾਲ ਜਦੋਂ ਅਸੀਂ ਮਸਾਲਾ ਰਗੜਦੇ ਹਾਂ ਕੁੰਡੇ ਦੇ ਵਿੱਚ। ਲੈ ਕਾਹਨੂੰ, ਉਦੋਂ ਹੀ ਮੁਰਗੇ ਨੇ ਬਾਗ ਦੇਤੀ ਤੇ ਮੇਰੀ ਅੱਖ ਖੁੱਲ ਗਈ। ਚੰਗਾ ਹੋਇਆ, ਮੁਰਦੇ ਨੂੰ ਕੁਛ ਖਵਾਉਣਾ ਪਿਆਉਣਾ ਤਾਂ ਵਾਲਾ ਹੀ ਮਾੜਾ ਹੁੰਦਾ ਹੈ। ਭਾਨੀ ਨਾਲ ਦੀ ਨਾਲ ਜਿਹੜੀ ਹੈਗੀ ਆ ਉਹ ਆਪਣੀ ਸੰਤੀ ਭਾਨੀ ਨੂੰ ਸਲਾਹਾਂ ਵੀ ਦੇ ਰਹੀ ਹੈ ਕਿ ਇੱਦਾਂ ਮੁਰਦੇ ਬੰਦੇ ਨੂੰ ਸੁਪਨੇ ਦੇ ਵਿੱਚ ਕੁਛ ਖਵਾਉਣਾ ਪਿਆਉਣਾ ਤਾਂ ਸਾਡੇ ਸੱਭਿਆਚਾਰ ਦੇ ਵਿੱਚ, ਸਾਡੇ ਵਿਸ਼ਵਾਸ ਤੰਤਰ ਦੇ ਵਿੱਚ ਮਾੜਾ ਸਮਝਿਆ ਜਾਂਦਾ। ਚੰਗਾ ਹੋਇਆ, ਮੁਰਦੇ ਨੂੰ ਕੁਛ ਖਵਾਉਣਾ ਪਿਆਉਣਾ ਤਾਂ ਬਾਹਲਾ ਹੀ ਮਾੜਾ ਹੁੰਦਾ ਹੈ। ਬੇਬੇ ਚੰਗਾ ਹੋਵੇ ਮਾੜਾ ਹੋਵੇ, ਆਪ ਦੀ ਮਾਂ ਨੂੰ ਸੁਪਨੇ 'ਚ ਮਿਲ ਕੇ ਨਾ ਜੀ ਜਾਣੀ ਰਾਜੀ ਹੋ ਗਿਆ। ਚੰਦਰੀ ਜਿੱਦਣ ਦੀ ਮਰੀ ਸੀ ਕਦੇ ਕਿਹੜਾ ਵਿਖਾਈ ਦਿੱਤੀ ਸੀ? ਕਿਉਂ ਨਹੀਂ, ਜਿੱਥੇ ਵੀ ਹੋਊ ਅੰਦਰ ਤਾਂ ਭੁੱਜਦਾ ਹੀ ਹੋਊ, ਫੇਰ ਵੀ ਮਾਂ ਸੀ। ਕਹਿੰਦੀ ਵੀ ਮਾਂ ਤਾਂ ਆਪਣੀਆਂ ਧੀਆਂ ਦੇ ਉੱਪਰ ਹਮੇਸ਼ਾ ਹੀ ਮਿਹਰਬਾਨ ਰਹਿੰਦੀ ਹੈ। ਮਾਂ ਤਾਂ ਆਪਣੀਆਂ ਧੀਆਂ ਦੇ ਦੁੱਖਾਂ ਨੂੰ ਹਰਨ ਕਰਨ ਦੇ ਲਈ, ਦੁੱਖਾਂ ਨੂੰ ਦੂਰ ਕਰਨ ਦੇ ਲਈ ਹਮੇਸ਼ਾ ਹੀ ਤਤਪਰ ਰਹਿੰਦੀ ਹੈ। ਕਿਤੇ ਨਾ ਕਿਤੇ ਉਹਦੇ ਮਨ ਦੇ ਵਿੱਚ ਜੇ ਤੂੰ ਦੁਖੀ ਹੋਵੇਗੀ ਤਾਂ ਉਹਦਾ ਵੀ ਮਨ ਦੁਖੀ ਹੁੰਦਾ ਹੋਊਗਾ। ਲੈ ਸੱਚ, ਮੈਂ ਤਾਂ ਤੇਰਾ ਰੁਪਈਆ ਮੋੜਨ ਆਈ ਸੀ, ਜਿਹੜਾ ਉਦਣ ਪਾਂਧੇ ਨੂੰ ਦਿੱਤਾ ਸੀ ਤੇਥੋਂ ਲੈ ਕੇ, ਹੱਥ ਦਿਖਾਉਣ ਵਾਲੇ ਭਾਈ ਨੂੰ ਮੈਂ ਤੇਥੋਂ ਲੈ ਕੇ ਦਿੱਤਾ ਸੀਗਾ। ਭਾਨੋ ਨੇ ਗੀਜੇ ਵਿੱਚੋਂ ਇੱਕ ਲੀਰ ਦੇ ਲੜ ਬੰਨਿਆ, ਇੱਕ ਦਾ ਨੋਟ ਖੋਲ ਕੇ ਦਿੰਦਿਆਂ ਕਿਹਾ, ਲੈ ਆ ਜਾਂਦਾ ਰੁਪਈਆ, ਕਿਹੜਾ ਕਿਧਰੇ ਭੱਜੇ ਚੱਲਿਆ ਸੀ? ਰੁਪਈਆ ਫੜਦਿਆਂ ਸੰਤੀ ਬੋਲੀ, ਬਹਿ ਜਾ ਭਾਨੋ, ਚਲਦੀ ਆ ਬੇਬੇ, ਦੇਖ ਤਾਂ ਉੱਪਰੋਂ ਕਿਹੋ ਜੀ ਕਾਲੀ ਬੋਲੀ ਹਨੇਰੀ ਚੜੀ ਆਉਂਦੀ ਹੈ, ਮੋਗਾ ਵੀ ਢਕਣਾ ਨਹੀਂ ਤਾਂ ਅੰਦਰ ਪੈ ਜੂ ਸਾਰਾ ਮਿੱਟੀ ਘੱਟਾ। ਅਸਲ ਦੇ ਵਿੱਚ ਸੰਤੀ ਦੀ ਆਪਣੀ ਅਸਲ ਦੇ ਵਿੱਚ ਜਿਹੜੀ ਭਾਨੀ ਹੈ ਉਹਦੀ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਕਾਲੀ ਬੋਲੀ ਚੜੀ ਆ ਰਹੀ ਹੈ। ਇਹ ਪ੍ਰਤੀਕਾਤਮਕ ਤੌਰ ਤੇ ਵੀ ਇੱਕ ਚੀਜ਼ ਦਿਖਾਈ ਗਈ ਹੈ। ਉਹਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਉਥਲ ਪੁਥਲ ਹੋਣ ਵਾਲੀ ਹੈ। ਉਹਦੇ ਹੱਕਾਂ ਦੇ ਉੱਪਰ ਡਾਕਾ ਮਾਰਨ ਵਾਲੀ ਔਰਤ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਦੇ ਘਰ, ਨਰੈਣ ਦੇ ਘਰ ਆਉਣ ਵਾਲੀ ਹੈ। ਨਾਵਲਕਾਰਾਂ ਨੇ ਇੱਕ ਤਰ੍ਹਾਂ ਨਾਲ ਇਸ਼ਾਰਾ ਵੀ ਕਰਤਾ, ਇੱਕ ਕੁਦਰਤੀ ਆਫਤ ਦੀ ਵੀ ਗੱਲ ਕਰ ਦਿੱਤੀ ਹੈ। ਇਸ ਰੱਬ ਨੇ ਖਬਰ ਨਹੀਂ ਕੀ ਕਰਨਾ ਹੈ, ਇਸ ਰੁੱਤ ਦੀ ਹਨੇਰੀ ਤਾਂ ਉਹੀ ਮਾਰ ਲੂ ਫਸਲਾਂ ਨੂੰ।
ਚੱਲ ਉਸ ਕਰਤੇ ਦੀ ਮਰਜ਼ੀ, ਕਰਤਾ ਹੁੰਦਾ ਪਰਮਾਤਮਾ ਰੱਬ ਵਾਹਿਗੁਰੂ। ਆਖ ਭਾਨੋ ਤੁਰ ਪਈ। ਸੱਚਮੁੱਚੀ ਕਾਲੀ ਬੋਲੀ ਹਨੇਰੀ ਚੜੀ ਆ ਰਹੀ ਸੀ। ਪਹਿਲੇ ਧਰਤੀ ਉਤਲਾ ਪੱਤਾ ਸੁੱਤਾ ਉੱਡਿਆ, ਫਿਰ ਬਾਰੀਆਂ ਖੜਕਣ ਲੱਗੇ, ਤੇ ਫਿਰ ਤਾਂ ਹੱਥ ਨੂੰ ਹੱਥ ਮਾਰਿਆ ਕਿਹੜਾ ਦਿਸਦਾ ਸੀ। ਜੜਾਕ ਜੜਾਕ ਦਰਖਤਾਂ ਦੇ ਟਾਹਣ ਟੁੱਟਣ ਲੱਗੇ, ਚਲਦੇ ਖੂਹ ਥੰਮ ਗਏ, ਰਾਹੀਂ ਦਰਖਤਾਂ ਦੀ ਓਟ ਲੱਭਣ ਲੱਗੇ। ਜਾਨਵਰਾਂ ਨੇ ਚੀਕ ਚਿੰਗਾੜਾ ਪਾ ਛੱਡਿਆ ਸੀ। ਇਹ ਹਾਲਤ ਕਰਤੀ ਸੀ ਹਨੇਰੀ ਨੇ। ਹਨੇਰੀ ਦੀ ਤੇਜ਼ ਤੋਰ ਨੇ, ਹਨੇਰੀ ਤੇਜ਼ ਹਵਾ ਨੇ ਦਰਖਤਾਂ ਨੂੰ ਜੜ੍ਹਾਂ ਤੋਂ ਪੁੱਟ ਕੇ ਸੁੱਟਣਾ ਸ਼ੁਰੂ ਕਰ ਦਿੱਤਾ। ਤੇ ਜਿਹੜੇ ਲੋਕ ਆਪਣੇ ਰਾਹੀ ਸੀਗੇ ਉਹ ਵੀ ਕਿਤੇ ਨਾ ਕਿਤੇ ਓਟ ਲੈ ਕੇ ਬੈਠਣ ਲੱਗੇ। ਜਾਨਵਰ ਵੀ ਵਿਚਾਰੇ ਆਪਣੇ ਥਾਵਾਂ ਦੇ ਉੱਪਰ ਬੈਠਣ ਲੱਗੇ। ਉਹਨਾਂ ਦੇ ਵਿੱਚ ਵੀ ਚੀਕ ਚਿੰਗਾੜਾ ਜਿਹਾ ਪੈ ਗਿਆ। ਬੜੇ ਲੋਕ ਘਰਾਂ ਵਿੱਚ ਬੈਠੇ ਰੱਬ ਨੂੰ ਚਿਤਾਰ ਰਹੇ ਸੀ, ਰੱਬ ਨੂੰ ਧਿਆਈ ਜਾਂਦੇ ਸੀਗੇ। ਜਵਾਕਾਂ ਨੂੰ ਇਹ ਇੱਕ ਤਮਾਸ਼ਾ ਜਿਹਾ ਲੱਗ ਰਿਹਾ ਸੀ, ਬੱਚਿਆਂ ਨੂੰ ਲੱਗ ਰਿਹਾ ਸੀ ਪਤਾ ਨਹੀਂ ਕਿੱਡੀ ਵੱਡੀ ਆਫਤ ਆ ਗਈ ਹੁੰਦੀ ਹੈ। ਉਹਨਾਂ ਨੂੰ ਇੱਕ ਤਮਾਸ਼ੇ ਦੀ ਤਰ੍ਹਾਂ ਲੱਗ ਰਿਹਾ ਸੀ। ਭਾਨੋ ਕੋਠੇ ਉੱਤੇ ਮੋਗਾ ਢੱਕਣ ਚੜੀ। ਮੋਗਾ ਢੱਕ ਕੇ ਬੋਚ ਕੇ ਪੈਰ ਧਰਦੀ ਉਹ ਬਨੇਰੇ ਕੋਲ ਆ ਕੇ ਗੇੜਾ ਜਿਹਾ ਖਾ ਕੇ ਧੜਮ ਦੇ ਕੇ ਵਿਹੜੇ ਵਿੱਚ ਆ ਡਿੱਗੀ। ਡਿੱਗ ਕੇ ਪਲ ਦੇ ਪਲ ਲਈ ਉਹ ਉੱਠ ਬੈਠੀ, ਫਿਰ ਗੁੰਮਸੁੰਮ ਜੀ ਹੋ ਗਈ ਤੇ ਉੱਥੇ ਹੀ ਲੁੜਕ ਗਈ। ਜਿਹੜੇ ਭਾਨੋ ਘਰ ਦਾ ਜਿਹੜਾ ਕੋਠਾ ਸੀਗਾ, ਕੋਠੇ ਦੇ ਉੱਪਰ ਇੱਕ ਮੋਗਾ ਰੱਖਿਆ ਸੀ। ਮੋਗਾ ਅਸਲ ਦੇ ਵਿੱਚ ਹਵਾ ਦੇ ਆਉਣ ਜਾਣ ਦੇ ਲਈ, ਜਿਹੜੇ ਪਿਛਲੇ ਕਮਰੇ ਹੁੰਦੇ ਸਵਾਤ ਕੋਈ, ਉਹਦੇ ਵਿੱਚੋਂ ਆਉਣ ਹਵਾ ਦੇ ਨਿਕਲਣ ਦੇ ਲਈ ਤੇ ਹਵਾ ਦੇ ਪ੍ਰਵੇਸ਼ ਕਰਨ ਦੇ ਲਈ ਇੱਕ ਉੱਪਰਲੇ ਪਾਸੇ ਦੀਵਾਰ ਰੱਖਿਆ ਹੁੰਦਾ ਹੈ। ਉਹਨੂੰ ਢੱਕਣ ਦੇ ਲਈ ਭਾਨੋ ਚੜੀ ਸੀਗੀ। ਭਾਨੋ ਜਦੋਂ ਕੋਠੇ ਤੇ ਚੜੀ ਤੇ ਹੌਲੀ ਹੌਲੀ ਉਹ ਸਾਰਾ ਕੰਮ ਕਰਕੇ ਜਦੋਂ ਵਾਪਸ ਆਉਣ ਲੱਗੀ, ਬਨੇਰੇ ਤੇ ਆ ਕੇ ਉਹਦਾ ਪੈਰ ਤਿਲਕ ਗਿਆ ਕਿਤੇ, ਤੇ ਉਹ ਥੱਲੇ ਆ ਕੇ ਵਿਹੜੇ ਦੇ ਵਿੱਚ ਨੀਚੇ ਡਿੱਗ ਗਈ। ਡਿੱਗ ਕੇ ਪਲ ਦੀ ਪਲ ਲਈ ਉਹ ਉੱਠ ਬੈਠੀ ਤੇ ਫਿਰ ਉਹ ਗੁੰਮ ਹੋ ਕੇ ਲੁੜਕ ਗਈ। ਨੀ ਬੇਬੇ ਖਾਣੀ, ਭਾਨੋ ਡਿੱਗ ਪਈ। ਬਚਨੀ ਨੇ ਉੱਚੀ ਦੇ ਕੇ ਸੰਤੀ ਨੂੰ ਹਾਕ ਮਾਰ ਕੇ ਆਪ ਜਾ ਕੇ ਭਾਨੋ ਨੂੰ ਸੰਭਾਲਣ ਲੱਗੀ। ਸੰਤੀ ਨੱਠੀ ਆਈ। ਦੋਵਾਂ ਨੇ ਭਾਨੋ ਨੂੰ ਮਸਾਂ ਚੁੱਕ ਕੇ ਮੰਜੇ ਤੇ ਪਾਇਆ। ਸਿਰ ਵਿੱਚੋਂ ਖੂਨ ਵਗ ਰਿਹਾ ਸੀ। ਸੰਤੀ ਨੇ ਆਪਣੇ ਸਿਰ ਦੀ ਚਾਦਰ ਪਾੜ ਕੇ ਛੇਤੀ ਦੇ ਕੇ ਲੋਗੜ ਰੱਖ ਕੇ ਪੱਟੀ ਬੰਨੀ। ਦੇਖੋ ਹੁਣ ਜਿਹੜੀ ਸੰਤੀ ਹੈ ਉਹਦੇ ਮਨ ਦੇ ਵਿੱਚ ਕਿੰਨੀ ਭਾਨੋ ਪ੍ਰਤੀ ਹਮਦਰਦੀ ਹੈ। ਆਪਣੇ ਸਿਰ ਦਾ ਜਿਹੜਾ ਕੱਪੜਾ ਸੀ ਉਹਨੂੰ ਪਾੜ ਕੇ ਉਹਨੇ ਛੇਤੀ ਉਹਦੇ ਵਿੱਚ ਲੋਗੜ ਰੂੰ ਰੱਖ ਲਈ। ਰੂੰ ਰੱਖ ਕੇ ਉਹਦੇ ਸਿਰ ਤੇ ਬੰਨ੍ਹਤੀ ਗਰਮ ਕਰਕੇ। ਬਿੰਦ ਦੇ ਵਿੱਚ ਹੀ ਸਾਰੀ ਲਹੂ ਨਾਲ ਭਿੱਜ ਗਈ। ਦਰਵਾਜ਼ੇ ਨਰੈਣ ਨੂੰ ਸੱਦ ਕੇ ਲਿਆਂਦਾ ਗਿਆ। ਉਸੇ ਵੇਲੇ ਉਸਨੇ ਭਗਤੂ ਨੂੰ ਸ਼ਹਿਰੋਂ ਡਾਕਟਰ ਲੈ ਆਉਣ ਲਈ ਭਜਾ ਦਿੱਤਾ। ਭਾਨੋ ਨੂੰ ਘਿਓ ਪਾ ਕੇ ਦੁੱਧ ਪਿਲਾਇਆ ਗਿਆ। ਉਹ ਨਾ ਹੋ ਕਰਦੀ ਸੀ, ਨਾ ਬੂ ਕਰਦੀ ਸੀ, ਨਿਢਾਲ ਜੀ ਪਈ ਸੀ। ਕਹਿੰਦੇ ਨਾ ਬੋਲ ਰਹੀ ਸੀ, ਨਾ ਕੋਈ ਉਹਦਾ ਮਨ ਦੇ ਵਿੱਚ ਸੀਗਾ, ਝਾਕ ਰਹੀ ਸੀ ਕਿਸੇ ਪਾਸੇ। ਉਹਨੂੰ ਇੱਕ ਵਾਰ ਦੁੱਧ ਪਿਆਤਾ, ਘਿਓ ਪਿਆਤਾ। ਡਾਕਟਰ ਦੇ ਆਉਣ ਤੱਕ ਭਾਨੋ ਦੇ ਸਿਰ ਉੱਤੇ ਬੰਨਿਆ ਸਾਰਾ ਲੋਗੜ ਮੈਲੇ ਨਾਲ ਭਿੱਜ ਚੁੱਕਿਆ ਸੀ। ਮੈਲਾ ਹੁੰਦਾ ਖੂਨ। ਕਿੱਥੇ ਮੋਗਾ ਢੱਕਣ ਚੜ ਗਈ ਬਦਲਿਆਂ ਵਾਲੀ। ਸੰਤੀ ਨੇ ਉਸਦੇ ਠਰੇ ਜਾਂਦੇ ਹੱਥ ਘੁੱਟਦਿਆਂ ਕਿਹਾ, ਡਾਕਟਰ ਜੀ ਭਾਵੇਂ ਮੇਰਾ ਸਾਰਾ ਘਰ-ਬਾਰ ਲੱਗ ਜੇ, ਕਿਰਾਂ ਭਾਨੋ ਨੂੰ ਬਚਾ ਲਓ। ਨਰੈਣ ਨੇ ਹੱਥ ਬੰਨ੍ਹ ਕੇ ਤਰਲਾ ਪਾਇਆ। ਡਾਕਟਰ ਨੇ ਉਸ ਤੇ ਤਾਕਤ ਦਾ ਸੂਆ ਲਾ ਦਿੱਤਾ। ਤਾਕਤ ਦਾ ਸੂਆ ਲੱਗ ਗਿਆ, ਉਹਦੇ ਇੱਕ ਟੀਕਾ ਲਾ ਦਿੱਤਾ। ਬਿੰਦਕ ਮਗਰੋਂ ਭਾਨੋ ਨੂੰ ਜਾਣੀ ਸੁਰਤ ਜਿਹੀ ਆ ਗਈ। ਉਸਨੇ ਅੱਖਾਂ ਉਘੇੜ ਕੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੇਖਿਆ। ਬੇਬੇ ਪਾਣੀ, ਉਸਨੇ ਸੰਤੀ ਦੇ ਹੱਥ ਘੁੱਟ ਕੇ ਫੜਦਿਆਂ ਕਿਹਾ। ਸੰਤੀ ਨੇ ਚਮਚਾ ਪਾਣੀ ਦਾ ਉਸਦੇ ਮੂੰਹ ਵਿੱਚ ਪਾਇਆ। ਫਿਰ ਉਸਦੀ ਨਿਗਾਹ ਨਰੈਣ ਉੱਤੇ ਆ ਟਿਕੀ। ਵਾਖਰੂ ਵਾਖਰੂ ਭਾਨੋ ਨੇ ਹਟਕੋਰਾ ਜਿਹਾ ਲੈ ਲਿਆ। ਅਸਲ ਦੇ ਵਿੱਚ ਨਰੈਣ ਉਹਦਾ ਗੁਨਾਹਗਾਰ ਹੈ। ਨਰੈਣ ਉਹਨੂੰ ਆਪਣੇ ਘਰ ਲੈ ਕੇ ਆਇਆ ਸੀ, ਪਤਨੀ ਬਣਾ ਕੇ ਲੈ ਕੇ ਆਇਆ ਸੀ। ਉਹਨੂੰ ਘਰ ਦੇ ਵਿੱਚ ਪੂਰੇ ਹੱਕ ਦੇਣ ਦੇ ਲਈ ਲੈ ਕੇ ਆਇਆ ਸੀ। ਘਰ ਦੇ ਵਿੱਚ ਜਿਹੜੇ ਔਰਤ ਦੇ ਸਾਰੇ ਹੱਕ ਹੁੰਦੇ ਉਹਨੂੰ ਦੇਣ ਦੇ ਲਈ ਲੈ ਕੇ ਆਇਆ ਸੀ। ਪਰ ਪਿਛਲੇ ਕੁਛ ਦਿਨਾਂ ਤੋਂ ਨਰੈਣ ਦੇ ਮਨ ਦੇ ਵਿੱਚ ਦੂਸਰਾ ਵਿਆਹ ਕਰਾਉਣ ਦਾ ਇੱਕ ਫੁਰਨਾ ਫੁਰਿਆ ਸੀ। ਇਹ ਫੁਰਨਾ ਜਿਹੜੀ ਉਹਦੀ ਭੈਣ ਹੈਗੀ ਹੈ ਕਰਤਾਰੀ, ਉਹਦੇ ਜੇਠ ਹਰੀਏ ਕਾਰਨ ਫੁਰਿਆ ਸੀ। ਹਰੀਆ ਆਪਣੀ ਸਾਲੀ ਦਾ ਵਿਆਹ ਨਰੈਣ ਦੇ ਘਰ ਕਰਨਾ ਚਾਹੁੰਦਾ ਸੀ। ਇਸੇ ਕਰਕੇ ਵਿਦਿਆਰਥੀਓ,
ਜਿਹੜੀ ਭਾਨੀ ਆ ਉਹ ਆਪਣੇ ਮਨ ਦੇ ਦੁੱਖ ਕਿਸੇ ਨਾਲ ਸਾਂਝੇ ਨਹੀਂ ਕਰ ਪਾਉਂਦੀ ਵਿਚਾਰੀ। ਉਹ ਅੱਖਾਂ ਹੀ ਅੱਖਾਂ ਦੇ ਵਿੱਚ ਨਾਰਾਇਣ ਨੂੰ ਗੁਨਾਹਗਾਰ ਮੰਨਦੀ ਹੈ। ਵਾਕਈ ਨਾਰਾਇਣ ਇੱਕ ਗੁਨਾਹਗਾਰ ਸੀਗਾ। ਭਾਨੀ ਦੀ ਮਦਦ ਕਰਨ ਦੇ ਲਈ ਉਹਦੇ ਪੇਕੇ ਘਰੋਂ ਕੋਈ ਨਹੀਂ ਸੀ। ਭਾਨੀ ਦੀ ਮਦਦ ਕਰਨ ਦੇ ਲਈ ਪਿੰਡ ਦੇ ਵਿੱਚੋਂ ਕੋਈ ਨਹੀਂ ਸੀ। ਭਾਨੀ ਦੀ ਮਦਦ ਕਰਨ ਦੇ ਲਈ ਸਮਾਜ ਦੇ ਵਿੱਚੋਂ ਕੋਈ ਨਹੀਂ ਸੀ। ਭਾਨੀ ਕਿਸ ਸਹਾਰੇ ਨਾਰਾਇਣ ਦੇ ਦਿੱਤੇ ਹੋਏ ਦੁੱਖ ਨੂੰ ਝੱਲ ਸਕਦੀ ਜਾਂ ਆਪਣੇ ਹੱਕਾਂ ਨੂੰ ਬਚਾ ਸਕਦੀ, ਜਿਹੜੇ ਹੱਕ ਉਹਨੂੰ ਨਾਰਾਇਣ ਦੇ ਘਰ ਆ ਕੇ ਮਿਲੇ ਸੀਗੇ ਉਹਨਾਂ ਤੇ ਡਾਕਾ ਪੈਣ ਜਾ ਰਿਹਾ ਹੈ। ਉਸ ਡਾਕੇ ਨੂੰ ਰੋਕਣ ਦੀ ਖਾਤਰ ਕੋਈ ਵੀ ਤਾਕਤ ਭਾਨੀ ਦੇ ਹੱਕ ਦੇ ਵਿੱਚ ਆ ਕੇ ਲਾਮਬੰਦ ਨਹੀਂ ਹੋ ਰਹੀ ਸੀਗੀ, ਭਾਨੀ ਦੇ ਹੱਕ ਦੇ ਵਿੱਚ ਆ ਕੇ ਖੜੀ ਨਹੀਂ ਹੋ ਰਹੀ ਸੀ। ਭਾਨੀ ਇਕੱਲੀ ਆਪਣੀ ਲੜਾਈ ਲੜ ਰਹੀ ਸੀ, ਆਪਣੇ ਢੰਗ ਨਾਲ ਲੜਾਈ ਲੜ ਰਹੀ ਸੀ। ਉਹ ਲੜਾਈ ਚੁੱਪ ਚਪੀਤੇ ਲੜ ਰਹੀ ਸੀਗੀ। ਨਾਰਾਇਣ ਉਹਦੀ ਲੜਾਈ ਦੇ ਵਿੱਚ ਸਭ ਤੋਂ ਵੱਡਾ ਖਲਨਾਇਕ ਸੀ। ਇਹ ਨਾਵਲਕਾਰਾਂ ਨੇ ਇਹਨਾਂ ਗੱਲਾਂ ਦੇ ਵਿੱਚੋਂ ਉੱਭਰ ਰਹੀਆਂ ਚੀਜ਼ਾਂ। ਡਾਕਟਰ ਨੇ ਇੱਕ ਤਾਕਤ ਦਾ ਸੂਆ ਹੋਰ ਲਾਇਆ ਤੇ ਕਿਹਾ ਇਸ ਨੂੰ ਹਸਪਤਾਲ ਲੈ ਚੱਲੋ। ਭਾਨੂ ਨੇ ਸੁਰਤ ਜਿਹੀ ਸੰਭਾਲ ਲਈ, ਉਸ ਨੂੰ ਗੱਡੇ ਵਿੱਚ ਪਾ ਕੇ ਹਸਪਤਾਲ ਲੈ ਗਏ। ਜ਼ਖਮ ਨੂੰ ਟਾਂਕੇ ਲਾਏ, ਪੱਟੀਆਂ ਬੰਨੀਆਂ, ਬਾਕੀ ਦੇ ਹੱਡ ਪੈਰ ਟੋਕ ਟੋਕੇ ਦੇਖੇ, ਦਵਾਈ ਪਿਲਾਈ, ਵਾਰਡ ਵਿੱਚ ਬੈੱਡ ਉੱਤੇ ਪਾ ਦਿੱਤੀ। 1.5 ਮਹੀਨਾ ਹਸਪਤਾਲ ਲਈ। ਨਾਰਾਇਣ ਹਰ ਰੋਜ਼ ਪਿੰਡੋਂ ਪਤਲਾ ਪੋਲਾ ਕੁਝ ਭਾਨੂ ਦੇ ਖਾਣ ਨੂੰ ਤੇ ਦੁੱਧ ਚਾਹ ਲੈ ਕੇ ਆਪੜਦਾ ਸਰਕਾਰੀ ਹਸਪਤਾਲ ਦੇ ਵਿੱਚ ਉੱਥੇ ਭਾਨੂ ਰੱਖੀ ਗਈ ਸੀ। ਤੇ ਉੱਥੇ ਨਾਰਾਇਣ ਘਰ ਦੇ ਵਿੱਚੋਂ ਦੁੱਧ ਪਾਣੀ ਜੋ ਮਾੜਾ ਮੋਟਾ ਹੋ ਸਕਦਾ ਸੀ ਲੈ ਕੇ ਜਾਂਦਾ ਸੀ। ਤੂੰ ਜੀ ਰੋਜ਼ ਨਾ ਖੇਚਲ ਕਰਿਆ ਕਰੋ, ਕਦੇ ਆਰਾਮ ਵੀ ਕਰ ਲਿਆ ਕਰੋ, ਮੈਂ ਕਿਸੇ ਹੱਥ ਦੁਕਾਨ ਤੋਂ ਹੀ ਚਾਹ ਮੰਗਾ ਲੂੰ, ਭਾਨੂ ਆਖਦੀ। ਨਹੀਂ ਭਾਨੂ, ਖੇਚਲ ਕਾਹਦੀ ਹੈ, ਤੂੰ ਜੀ ਰੋਟੀ ਲਾਉਂਦਾ ਵੀ ਔਖਾ ਹੁੰਦਾ ਹੋਏਗਾ, ਭਾਨੂ ਨੇ ਫਿਕਰਮੰਦ ਹੋ ਕੇ ਕਿਹਾ। ਨਹੀਂ ਕੋਈ ਨਹੀਂ, ਨਾਰਾਇਣ ਨੇ ਮਲਮੀ ਜੀ ਜੀਭ ਨਾਲ ਕਿਹਾ ਤੇ ਜਾਣ ਲਈ ਉਹ ਉੱਠ ਖੜਾ ਹੋਇਆ। ਇੱਕ ਦਿਨ ਉਸ ਨੂੰ ਸੰਤੀ ਵੀ ਮਿਲਣ ਆਈ। ਭਾਨੂ ਨੂੰ ਲੱਗਿਆ ਜਿਵੇਂ ਉਹ ਕੁਝ ਕਹਿੰਦੀ ਕਹਿੰਦੀ ਜੱਕ ਗਈ ਹੋਵੇ। ਸੰਤੀ ਨੂੰ ਗੱਲ ਦਾ ਪਤਾ ਲੱਗ ਗਿਆ। ਉਹਦੇ ਜਾਣ ਤੋਂ ਬਾਅਦ ਨਾਰਾਇਣ ਨੇ ਇੱਕ ਹੋਰ ਵਿਆਹ ਕਰਾ ਲਿਆ ਸੀ। ਵਿਦਿਆਰਥੀਓ, ਇਹ ਵਿਚਾਰੀ ਦੱਸਣਾ ਹੀ ਚਾਹੁੰਦੀ ਸੀ ਕਿਉਂਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਦੁਨੀਆ ਦੇ ਉੱਪਰ ਸਿੰਪਤੀ ਵਾਲਾ ਪਾਤਰ ਜਿਹੜੀ ਸਿੰਪਤੀ ਦੇ ਰਿਹਾ ਹੈਗਾ, ਉਹ ਸਿੰਪਤੀ ਸਿਰਫ ਸੰਤੀ ਤੋਂ ਮਿਲ ਰਹੀ ਹੈ। ਮਾਂ ਵਾਲੀ ਸਿੰਪਤੀ, ਭੈਣ ਵਾਲੀ ਸਿੰਪਤੀ, ਦੋਸਤ ਵਾਲੀ ਸਿੰਪਤੀ ਭਾਨੂ ਨੂੰ ਜੇਕਰ ਕਿਤੇ ਮਿਲ ਰਹੀ ਹੈ, ਸੰਤੀ ਤੋਂ ਮਿਲ ਰਹੀ ਹੈ। ਸੰਤੀ ਦੀਆਂ ਆਪਣੀਆਂ ਮਜਬੂਰੀਆਂ, ਉਹ ਜਦੋਂ ਸੰਤੀ ਮਿਲ ਗਈ ਭਾਨੂ ਨੂੰ ਕੁਝ ਦੱਸਣਾ ਚਾਹੁੰਦੀ ਸੀ, ਫਿਰ ਉਹ ਚੁੱਪ ਕਰ ਗਈ ਕਿਉਂਕਿ ਇਹ ਇੱਕ ਬਹੁਤ ਵੱਡੀ ਦੁਖਦਾਈ ਖਬਰ ਸੀਗੀ ਜਿਹੜੀ ਉਹ ਸੰਤੀ ਭਾਨੂ ਨੂੰ ਦੱਸਣਾ ਚਾਹੁੰਦੀ ਸੀ, ਪਰ ਉਹ ਦੱਸ ਨਾ ਸਕੀ। 1.5 ਮਹੀਨੇ ਮਗਰੋਂ ਜਦੋਂ ਭਾਨੂ ਰਾਹ ਵਿੱਚ ਕਈ ਵਾਰੀ ਬੈਠ ਕੇ ਘਰ ਆਪਣੀ ਪਿੰਡ ਆਪਣੀ ਤਾਂ ਉਸਨੇ ਦੇਖਿਆ ਹਰੀਏ ਦੀ ਸਾਲੀ ਭਾਗਵੰਤੀ ਚੁੱਲ੍ਹੇ ਮੂਹਰੇ ਬੈਠੀ ਰੋਟੀ ਲਾ ਰਹੀ ਸੀ। ਤੁਹਾਡੇ ਨਾਵਲ ਦੇ ਵਿੱਚ ਇੱਕ ਹੋਰ ਪਾਤਰ ਸ਼ਾਮਲ ਹੋ ਗਿਆ ਇੱਥੇ, ਜਿਹੜਾ ਕਿ ਭਾਨੀ ਦੇ ਲਈ ਇੱਕ ਨਵੀਂ ਮੁਸੀਬਤ ਖੜੀ ਕਰਦਾ ਹੈ, ਭਾਨੀ ਲਈ ਇੱਕ ਨਵਾਂ ਦੁਖਾਂਤ ਪੇਸ਼ ਕਰਦਾ ਹੈ। ਉਹ ਹੈ ਭਾਗਵੰਤੀ। ਵਿਦਿਆਰਥੀਓ, ਇੱਥੇ ਛੋਟਾ ਕੁਐਸਚਨ ਪੈਦਾ ਹੋ ਸਕਦਾ ਹੈ ਕਿ ਜਿਹੜੀ ਹਰੀਏ ਦੀ ਸਾਲੀ ਦਾ ਨਾਂ ਕੀ ਸੀਗਾ, ਜਾਂ ਹਰੀਏ ਦੀ ਸਾਲੀ ਜਿਹੜੀ ਸੀਗੀ ਭਾਗਵੰਤੀ, ਉਹ ਕਿਸ ਢੰਗ ਨਾਲ ਨਾਰਾਇਣ ਦੇ ਘਰ ਆਉਂਦੀ ਹੈ, ਜਾਂ ਭਾਨੀ ਦੇ ਹੱਕਾਂ ਦੇ ਉੱਪਰ ਡਾਕਾ ਮਾਰਨ ਵਾਲੀ ਔਰਤ ਕਿਹੜੀ ਸੀਗੀ? ਉਹ ਭਾਗਵੰਤੀ ਸੀਗੀ, ਹਰੀਏ ਦੀ ਸਾਲੀ। ਭਾਨੂ ਅਲਾਣੀ ਮੰਜੀ ਉੱਤੇ ਟੇਢੀ ਹੋ ਗਈ, ਘਰੇ ਆ ਗਈ ਵਿਚਾਰੀ ਨੂੰ, ਕਿਸੇ ਨੇ ਕੁਛ ਨਹੀਂ ਪੁੱਛਿਆ। ਹੁਣ ਅੱਗੋਂ ਭਾਗਵੰਤੀ ਉਹਨੂੰ ਪੁੱਛਦੀ ਹੈ। ਚਾਹ ਤਰ੍ਹਾਂ ਭਾਗਵੰਤੀ ਨੇ ਭਾਨੂ ਦੀ ਥਾਂ ਨਾਰਾਇਣ ਨੂੰ ਪੁੱਛਿਆ। ਹੁਣ ਭਾਗਵੰਤੀ ਨੇ ਭਾਨੂ ਨੂੰ ਨਹੀਂ ਪੁੱਛਿਆ, ਨਾਰਾਇਣ ਨੂੰ ਪੁੱਛ ਰਹੀ ਹੈ। ਪੀਣੀ ਹੈ ਭਾਨੂ? ਨਾਰਾਇਣ ਅੱਗੋਂ ਭਾਨੂ ਨੂੰ ਪੁੱਛਿਆ। ਨਹੀਂ, ਭਾਨੂ ਬੋਲੀ। ਕੁਝ ਪਲ ਚੁੱਪ ਵਰਤੀ ਰਹੀ। ਫਿਰ ਭਾਨੂ ਨੇ ਪਾਣੀ ਪੀਣ ਲਈ ਉੱਠ ਕੇ ਪੀੜੇ ਵਿੱਚੋਂ ਗਲਾਸ ਚੁੱਕਿਆ। ਪੀੜਾ ਹੁੰਦਾ ਹੈਗਾ ਭਾਂਡੇ ਸਾਂਭਣ ਵਾਲਾ ਇੱਕ ਟੋਕਰਾ, ਉਹਦੇ ਵਿੱਚੋਂ ਉਹਨੇ ਇੱਕ ਗਲਾਸ ਚੁੱਕ ਲਿਆ, ਜਿਹਦੀ ਉਹ ਮਾਲਕ ਸੀਗੀ ਪਹਿਲਾਂ, ਹੁਣ ਉਹਦੀ ਮਾਲਕ ਭਾਗਵੰਤੀ ਬਣ ਚੁੱਕੀ ਹੈ। ਮੈਂ ਦੇ ਦਿੰਨੀ ਆ ਪਾਣੀ, ਕਹਿੰਦੀ ਭਾਗਵੰਤੀ ਨੇ ਉਸਦੇ ਹੱਥੋਂ ਗਲਾਸ ਫੜ ਲਿਆ ਤੇ ਬਚਨੀ ਦੇ ਪੰਪ ਤੋਂ ਸੱਜਾ ਪਾਣੀ ਲੈਣ ਚਲੀ ਗਈ। ਨਲਕਾ ਗੁਆਂਢ ਦੇ ਵਿੱਚ ਜਿਹੜਾ ਬਚਨੀ ਦੇ ਘਰ ਲੱਗਿਆ ਹੋਇਆ, ਉੱਥੋਂ ਪਾਣੀ ਲੈਣ ਚਲੀ ਗਈ। ਭਾਨੂ ਨੇ ਨਾਰਾਇਣ ਵੱਲ ਤੱਕਿਆ। ਨਾਰਾਇਣ ਨੇ ਅੱਗੋਂ ਨੀਵੀਂ ਪਾ ਲਈ। ਗੁਨਾਹਗਾਰ ਬੰਦਾ ਹੈ। ਜਦੋਂ ਉਹਨੇ ਨਾਰਾਇਣ ਵੱਲ ਤੱਕਿਆ ਵੀ ਹਾਂ ਇਹ ਕੀ ਹੈ, ਤਾਂ ਉਹਨੇ
ਨੀਵੀਂ ਪਾਲੀ। ਇਹ ਨਾਵਲਕਾਰਾਂ ਦੀ ਬਹੁਤ ਵੱਡੀ ਵਿਸ਼ੇਸ਼ਤਾ ਹੈ ਕਿ ਗੱਲਾਂ ਗੱਲਾਂ ਦੇ ਵਿੱਚ ਬਹੁਤ ਕੁਛ ਅਣਕਿਹਾ ਵੀ ਕਹਿ ਜਾਂਦੀ ਹੈ। ਪਾਣੀ ਲੈ ਕੇ ਭਾਗਵੰਤੀ ਝੱਟ ਦੇ ਕੇ ਮੁੜ ਆਈ। ਉਹਨੂੰ ਐ ਸੀ ਦੋਨੇ ਇਕੱਠੇ ਨਾ ਰਹਿ ਜਾਣ, ਕਿਤੇ ਆਪਸ ਦੀ ਗੱਲ ਕਰਨਗੇ। ਮੈਂ ਕਿਹਾ ਜੀ ਤੂੰ ਇੱਥੇ ਬੈਠਾ ਕੀ ਕਰਦਾ ਹੈ? ਤੂੰ ਜਾ ਕੇ ਹੱਟੀਓਂ ਸਾਬਣ ਦੀ ਗਾਚੀ ਲਿਆ ਦੇ, ਸਾਬਣ ਦੀ ਇੱਕ ਟਿੱਕੀ ਲਿਆ ਦੇ। ਕਹਿੰਦੀ ਮੈਨੂੰ ਹੱਟੀ ਤੇ ਬੈਠਾ, ਇੱਥੇ ਬੈਠਾ ਕਰੀ ਕੀ ਜਾਂਦਾ? ਉਹ ਅਸਲ ਦੇ ਚਾਹੁੰਦੀ ਨਹੀਂ ਸੀ ਕਿ ਭਾਨੋ ਤੇ ਨਾਰਾਇਣ ਗੱਲਾਂ ਕਰਨ। ਭਗਵੰਤੀ ਨੇ ਭਾਨੋ ਨੂੰ ਪਾਣੀ ਦਾ ਗਲਾਸ ਫੜਾਉਂਦਿਆਂ ਨਾਰਾਇਣ ਨੂੰ ਕਿਹਾ। ਨਾਰਾਇਣ ਬਿਨਾਂ ਕੁਝ ਕਹੇ ਉੱਠ ਕੇ ਸਾਬਣ ਲੈਣ ਤੁਰ ਪਿਆ। ਨਾਰਾਇਣ ਵੀ ਭਾਨੀ ਤਾਂ ਉਹਦੀ ਬਹੁਤ ਇੱਜ਼ਤ ਕਰਦੀ ਸੀਗੀ, ਭਾਨੋ ਦੀ ਇੱਜ਼ਤ ਕਰਦੀ ਸੀ, ਪਰ ਜਿਹੜੀ ਹੈਗੀ ਆਪਣੀ ਭਗਵੰਤੀ ਉਹਨੇ ਮੂਹਰੇ ਲਾਇਆ ਹੋਇਆ ਉਹਨੂੰ। ਮੈਂ ਕਿਹਾ ਜੀ ਕੋਈ ਚੰਗੀ ਲਿਆਈ ਸਾਬਣ ਦੀ ਗਾਚੀ ਜਿਸ ਚੋਂ ਨਾਲੇ ਮੁਸ਼ਕ ਵੀ ਸੋਹਣਾ ਆਉਂਦਾ ਹੋਵੇ, ਉਹਦੇ ਚੋਂ ਵਧੀਆ ਵਧੀਆ ਸੋਹਣੀ ਸੋਹਣੀ ਖੁਸ਼ਬੂ ਆਉਂਦੀ ਹੋਵੇ। ਪਿੱਛੋਂ ਭਗਵੰਤੀ ਨੇ ਉਸ ਨੂੰ ਸਮਝਾਇਆ। ਕੋਠੀ 'ਚ ਮੇਰੇ 2 ਲੀੜੇ ਪਏ ਸੀ। ਭਾਨੋ ਆਪਣੇ ਗਲ ਦੇ ਮੈਲੇ ਲੀੜੇ ਵੱਲ ਤੱਕ ਕੇ ਕਿਹਾ ਜੀ ਉਹ ਤਾਂ ਪਾਟੇ ਜੇ ਸੀ। ਗ੍ਰਹਿਣ ਵਾਲੇ ਦਿਨ ਮੈਂ ਸਾਂਸਿਆਂ ਦੀ ਬੁੜੀ ਨੂੰ ਪੁੰਨ ਕਰਤੇ ਸੀ। ਕਹਿੰਦੀ ਮੈਂ ਗਰੀਬਾਂ ਨੂੰ ਦੇਤੇ ਸੀਗੇ, ਉਹਦਾ ਪਾਟੇ ਹੋਏ ਸੀਗੇ। ਨਵੀਂ ਮਾਲਕਣ ਆ ਗਈ ਘਰ ਦੀ, ਨਵੀਂ ਮਾਲਕਣ ਨੇ ਹੁਣ ਪੁਰਾਣੇ ਕੱਪੜੇ, ਉਹਦੀ ਜਿਹੜੀ ਨਿਸ਼ਾਨੀਆਂ ਹੌਲੀ ਹੌਲੀ ਇਸ ਘਰ ਦੇ ਵਿੱਚੋਂ ਦੂਰ ਕਰ ਰਹੀ ਹੈ ਭਗਵੰਤੀ। ਤੂੰ ਮੇਰੀ ਕੋਈ ਕੁੜਤੀ ਪਾ ਲੈ, ਧੋਲੀ ਲੀੜੇ। ਭਗਵੰਤੀ ਨੇ ਥਮਲੇ ਉੱਤੇ ਸੋਟੀ ਨਾਲ ਅੱਧ ਬਣੇ ਚਿੜੀ ਦੇ ਆਲਣੇ ਨੂੰ ਡੇਗਦਿਆਂ ਕਿਹਾ। ਜਾ ਵੱਡੀ ਨਿੱਤ ਡੱਕੇ ਖਣਾਉਣ ਦੀ ਰਹਿੰਦੀ ਹੈ। ਅਸਲ ਦੇ ਵਿੱਚ ਜਾਨਵਰਾਂ ਦੇ ਥਰੂ, ਪਸ਼ੂਆਂ ਦੇ ਥਰੂ ਕੋਈ ਨਾ ਕੋਈ ਜਿਹੜੀਆਂ ਗੱਲਾਂ ਕਹੀ ਜਾਂਦੀਆਂ ਉਹ ਇਨਸਾਨ ਨੂੰ ਕਹੀਆਂ ਜਾਂਦੀਆਂ। ਇਹ ਗੱਲਾਂ ਹੁਣ ਭਾਨੋ ਨੂੰ ਸੁਣਨੀਆਂ ਪੈਣਗੀਆਂ। ਵਿੱਚ ਆਂਡੇ ਨਾ ਹੋਣ ਕਿਤੇ, ਭਾਨੋ ਬੋਲੀ। ਜੇ ਹੋਣਗੇ ਤਾਂ ਚਿੜੀ ਦੇ ਹੋਣਗੇ, ਤੇਰੇ ਤਾਂ ਨਹੀਂ। ਭਗਵੰਤੀ ਨੇ ਮਸ਼ਕਰੀ ਕੀਤੀ। ਭਾਨੋ ਨੂੰ ਕੋਈ ਜਵਾਬ ਨਾ ਉੜਿਆ। ਪੀੜੀ ਢਾਹ ਕੇ ਨਵਾਂ ਪਾ ਲਿਆ। ਭਾਨੋ ਨੇ ਪੀੜੇ ਵੱਲ ਝਾਕਦਿਆਂ ਪੁੱਛਿਆ। ਆਹੋ ਘੁੱਗੀਆਂ ਵਾਲਾ ਕੌਣ ਅੱਜ ਕੱਲ ਬਣਾਉਂਦਾ ਹੈ ਨਵੇਂ ਭਾਈ? ਕਹਿੰਦੀ ਅੱਜ ਕੱਲ ਘੁੱਗੀਆਂ ਦੀ ਕਢਾਈ ਕੌਣ ਕਰਦਾ? ਇਹ ਤਾਂ ਨਵੀਂ ਕਢਾਈ ਕੀਤੀ ਹੈ ਮੈਂ। ਨਾਰਾਇਣ ਸਾਬਣ ਦੀਆਂ 2 ਟਿੱਕੀਆਂ ਲੈ ਆਇਆ। ਇੱਕ ਉਸਨੇ ਭਗਵੰਤੀ ਨੂੰ ਦੇਤੀ ਤੇ ਦੂਸਰੀ ਭਾਨੋ ਕੋਲ ਰੱਖ ਦਿੱਤੀ। ਜਾਂਦੀ ਰਹਿ ਪੁੱਤੇ ਦੀਏ। ਭਗਵੰਤੀ ਨੇ ਦਰਾਂ ਮੂਹਰੇ ਖੜੀ ਹੋਈ ਕੁੱਤੀ ਦੇ ਭਗਾਵਾਂ ਖੁਰਚਣਾ ਮਾਰਦਿਆਂ ਕਿਹਾ। ਦੇਖੋ ਹੁਣ ਪਹਿਲਾਂ ਉਹਨੇ ਚਿੜੀਆਂ ਦਾ ਆਲ੍ਹਣਾ ਢਾਇਆ, ਫਿਰ ਉਹਨੇ ਕੁੱਤੀ ਦੇ ਦੂਰੋਂ ਹੀ ਚਲਾਵਾ ਖੁਰਚਣਾ ਮਾਰਿਆ। ਇਹ ਅਸਲ ਦੇ ਵਿੱਚ ਘਰ ਦੇ ਵਿੱਚ ਆ ਗਈ ਹੈਗੀ ਹੈ ਨਵੀਂ ਔਰਤ। ਉਹਦੇ ਸੁਭਾਅ ਦੀ, ਉਹਦੀ ਨੇਚਰ ਦੀ ਗੱਲ ਕੀਤੀ ਹੈ, ਭਾਨੀ ਦੇ ਨੇਚਰ ਦੀ ਵੀ ਗੱਲ ਕੀਤੀ ਹੈ। ਇਹਨਾਂ ਦੇ ਜਦੋਂ ਕਰੈਕਟਰ ਦੇ ਨੂੰ ਉਭਾਰਨਾ, ਤੁਸੀਂ ਕਰੈਕਟਰ ਦਾ ਇੱਕ ਦੂਜੇ ਨਾਲ ਮੁਕਾਬਲਾ ਕਰਨਾ ਹੈ। ਇੱਕ ਪਾਸੇ ਭਾਨੀ ਨੂੰ ਰੱਖੋਗੇ, ਇੱਕ ਪਾਸੇ ਭਗਵੰਤੀ ਨੂੰ ਰੱਖੋਗੇ। ਜ਼ਮੀਨ ਅਸਮਾਨ ਦਾ ਫਰਕ ਹੈ ਇਹਨਾਂ ਦੇ ਕਰੈਕਟਰ ਦਾ। ਇਹਨਾਂ ਦੇ ਕਰੈਕਟਰ ਸਕੈਚ ਦੀ ਗੱਲ ਕਰੋਗੇ ਜਾਂ ਛੋਟੇ ਪ੍ਰਸ਼ਨਾਂ ਦੇ ਉੱਤਰ ਦਿਓਗੇ ਤਾਂ ਤੁਸੀਂ ਇਹਨਾਂ ਦਾ ਆਪਸ ਦੇ ਵਿੱਚ ਜਦੋਂ ਮੁਕਾਬਲਾ ਕਰੋਗੇ ਵਿਦਿਆਰਥੀਓ, ਤੇ ਤੁਸੀਂ ਦੇਖੋਗੇ ਕਿ ਭਾਨੀ ਦਾ ਜਿਹੜਾ ਚਰਿੱਤਰ ਹੈਗਾ, ਪਾਤਰ ਉਸਾਰੀ ਹੈਗੀ ਹੈ, ਉਹ ਹੋਰ ਤਰ੍ਹਾਂ ਦੀ ਹੈ, ਤੇ ਜਿਹੜੀ ਇਹਦੀ ਆਪਣੀ ਦੀ ਚਿੱਤਰ ਸਾਰੀ ਹੈਗੀ ਹੈ ਚਰਿੱਤਰ ਦੀ, ਭਗਵੰਤੀ ਦੀ ਹੋਰ ਤਰ੍ਹਾਂ ਦੀ ਹੈ। ਭਾਨੀ ਤਾਂ ਇੱਕ ਸੁਗੜ ਸਿਆਣੀ ਔਰਤ ਹੈ, ਭਗਵੰਤੀ ਬਹੁਤ ਤੇਜ਼ ਤਰਾਰ ਹੈ, ਉਹਦੇ ਮਨ ਦੇ ਵਿੱਚ ਕੋਈ ਰਹਿਮ ਨਹੀਂ। ਇਸ ਤਰ੍ਹਾਂ ਦੀਆਂ ਗੱਲਾਂ ਨਾਲ ਦੀ ਨਾਲ ਨਾਵਲਕਾਰ ਇਸ ਨਾਵਲ ਦੇ ਵਿੱਚ ਸਮਝਾ ਰਹੀ ਹੈ। ਜਾਂਦੀ ਰਹਿ ਪੁੱਤੇ ਦੀਏ। ਭਗਵੰਤੀ ਨੇ ਦਰਾਂ ਮੂਹਰੇ ਖੜੇ ਹੋਈ ਕੁੱਤੀ ਦੇ ਭਗਾਵਾਂ ਖੁਰਚਣਾ ਮਾਰਦਿਆਂ ਕਿਹਾ। ਖੁਰਚਣਾ ਲੱਗਣ ਉੱਤੇ ਡੱਬੀ ਕੁੱਤੀ ਜਰਾ ਤਰਬਕੀ, ਡਰ ਗਈ। ਉਹ ਬਾਹਰ ਵੱਲ ਨੂੰ ਤੁਰ ਪਈ। 2 ਕਦਮ ਜਾ ਕੇ ਖੜੋ ਗਈ, ਫਿਰ ਮੁੜ ਆਈ, ਫਿਰ ਦਰਾਂ ਮੂਹਰੇ ਹੀ ਆ ਖੜੀ ਹੋਈ। ਕੁੱਤੀ ਨੂੰ ਉੱਥੇ ਹੀ ਖੜਾ ਦੇਖ ਭਗਵੰਤੀ ਕਚੀਚੀ ਲੈ ਕੇ ਉੱਠੀ ਤੇ ਦਾਲ ਘੋਟਣਾ ਹੀ ਚੁੱਕ ਕੁੱਤੀ ਦੇ ਲੱਕ ਵਿੱਚ ਦੇ ਮਾਰਿਆ। ਉਹ ਚੌਂ ਚੌਂ ਕਰਦੀ ਬਾਹਰ ਨੂੰ ਨੱਠ ਤੁਰੀ। ਕਿੰਨੀ ਨਿਰਦਈ ਔਰਤ ਹੈਗੀ ਹੈ, ਕਿਵੇਂ ਜਾਨਵਰਾਂ ਤੇ ਪਸ਼ੂਆਂ ਨੂੰ ਕੁੱਟ ਰਹੀ ਹੈ। ਕਾਹਨੂੰ ਮਾਰਦੀਆਂ ਦਰਵੇਸ਼ਣੀ ਨੂੰ? ਕੁੱਤੇ ਦੀ ਕੂਕ ਤਾਂ ਕਹਿੰਦੇ ਨੇ ਦਰਗਾਹੇ ਸੁਣੀਦੀ ਹੈ। ਭਾਨੋ ਨੇ ਆਪਣੇ ਬੇਮਲੂਮੇ ਜਿਹੇ ਕੰਮ ਦੇ ਹੱਥਾਂ ਨੂੰ ਚੁੰਨੀ ਹੇਠ ਕੱਜਦਿਆਂ ਕਿਹਾ। ਭਗਵੰਤੀ ਨੇ ਕੋਈ ਉੱਤਰ ਨਾ ਦਿੱਤਾ। ਕੁੱਤੀ ਦਾ ਤਾਂ ਕੋਈ ਨਹੀਂ ਭਗਵੰਤੀ, ਤੂੰ ਕਿਸੇ ਦਿਨ ਮੈਨੂੰ ਨਾ ਇਉਂ ਕੁੱਟਣ ਡਹਿ ਜੀ। ਹੁਣ ਤਾਂ ਹੈਗੀ ਐ ਵੀ ਤੁਸੀਂ 2। ਇਹ ਨਾਰਾਇਣ ਮਸ਼ਕਰੀ ਕਰ ਰਿਹਾ ਉਹਨੂੰ। ਤੁਹਾਡੇ ਹੀ ਹੋਏ ਰਿਵਾਜ਼, ਸਾਡੇ ਨਹੀਂ। ਭਗਵੰਤੀ ਨੇ ਨਾਰਾਇਣ ਨੂੰ ਚਾਹ ਦਾ ਗਲਾਸ ਫੜਾਉਂਦਿਆਂ ਕਿਹਾ। ਦੇਖੋ ਜਦੋਂ ਭਗਵੰਤੀ ਉਹਦੇ ਨਾਲ ਗੱਲ ਕਰਦੀ ਹੈ, ਨਾਰਾਇਣ ਨੂੰ ਟਕੇ ਟਕੇ ਦੇ ਜਵਾਬ ਦੇ ਰਹੀ ਹੈ।
ਨਾਲ ਦੀ ਨਾਲ ਜਵਾਬ ਦੇ ਰਹੀ ਹੈ, ਆਨਸਰ ਦੇ ਰਹੀ ਹੈ। ਜਦੋਂ ਭਾਨੋ ਨਰੈਣ ਨਾਲ ਗੱਲ ਕਰਦੀ ਤਾਂ ਬੜੇ ਠੰਡੇ ਮਤੇ ਨਾਲ ਕਰਦੀ ਹੈ। ਇਹੋ ਸੁਭਾਅ ਦਾ ਅੰਤਰ ਆ ਉਹਨਾਂ ਦਾ। ਭਾਨੋ ਨੂੰ ਵੀ ਲਿਆ ਦੇ, ਜੇ ਉਸਨੂੰ ਨਹੀਂ ਲੋੜ ਤਾਂ ਮੱਲੋ ਮੱਲੀ ਦੇਣੀ ਹੈ। ਲੋੜ ਕਿਉਂ ਨਹੀਂ, ਥੱਕ ਕੇ ਆਈ ਹੈ, ਤੈਨੂੰ ਜੀ ਉਸਦੀ ਲੋੜ ਦਾ ਬਹੁਤਾ ਪਤਾ, ਨਹੀਂ ਚਿੱਤ ਮੰਨਦਾ ਉਹ। ਲੈ ਭਾਨੋ ਚਾਹ। ਨਰੈਣ ਨੇ ਆਪਣੇ ਗਲਾਸ ਉਸਨੂੰ ਫੜਾਉਂਦਿਆਂ ਕਿਹਾ। ਭਾਨੋ ਨੇ ਗਲਾਸ ਫੜ ਲਿਆ। ਦੇਖੋ ਭਾਗਵੰਤੀ ਕਿੰਨੀ ਉਹਨਾਂ ਦਰਿਆਤੀ ਕਰ ਰਹੀ ਹੈ, ਕਿੰਨੀ ਉਹਦੇ ਨਾਲ ਨਫ਼ਰਤ ਕਰ ਰਹੀ, ਉਹਨੂੰ ਚਾਹ ਨਹੀਂ ਦਿੱਤੀ ਤੇ ਉਹ ਚਾਹ ਆਪਣੀ ਉਹਨੇ ਫੜਾਈ ਨਰੈਣ ਨੇ ਉਹਨੂੰ। ਸੋ ਵਿਦਿਆਰਥੀਓ, ਇਸ ਨਾਵਲ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿਤੇ ਨਾ ਕਿਤੇ ਆ ਕੇ ਹੁਣ ਨਾਵਲਕਾਰ ਨੇ ਗੱਲ ਨੂੰ ਖੋਲ੍ਹਤਾ ਚੰਗੀ ਤਰ੍ਹਾਂ। ਕਿਸ ਤਰ੍ਹਾਂ ਨਰੈਣ ਦਾ ਉਸ ਘਰ ਦੇ ਵਿੱਚ ਇੱਕ ਮੁਕਾਮ ਸੀਗਾ, ਉਹ ਵੀ ਖੁਰਦਾ ਹੈਗਾ ਤੇ ਭਾਨੀ ਦਾ ਤਾਂ ਬਿਲਕੁਲ ਹੀ ਖੁਰ ਗਿਆ। ਵਿਦਿਆਰਥੀਓ, ਭਾਗਵੰਤੀ ਦਾ ਨੇਚਰ ਦੇਖੋ ਕਿਸ ਤਰ੍ਹਾਂ ਦੀ ਹੈਗੀ ਹੈ, ਉਹਦੀ ਸੁਭਾਅ ਕਿਸ ਤਰ੍ਹਾਂ ਦਾ ਹੈਗਾ, ਕਿੰਨੇ ਤੇਜ਼ ਤਰਾਰ ਸੁਭਾਅ ਦੀ ਹੈ, ਕਿੰਨੇ ਹੋਰ ਤਰ੍ਹਾਂ ਦੇ ਸੁਭਾਅ ਦੀ ਹੈਗੀ ਹੈ। ਉਸ ਦੇ ਮੁਕਾਬਲੇ ਭਾਨੀ ਦਾ ਸੁਭਾਅ ਬਿਲਕੁਲ ਠੰਡਾ। ਹੁਣ ਨਾਵਲ ਦੇ ਵਿੱਚ ਇੱਥੇ ਆ ਕੇ ਭਾਗਵੰਤੀ ਨਰੈਣ ਦੇ ਘਰ ਦੇ ਵਿੱਚ ਆਪਣਾ ਇੱਕ ਮੁਕਾਮ ਬਣਾ ਰਹੀ ਹੈ, ਆਪਣਾ ਇੱਕ ਸਥਾਨ ਬਣਾ ਰਹੀ ਹੈ ਮਾਲਕੀ ਵਾਲਾ, ਤੇ ਭਾਨੋ ਦਾ ਜਿਹੜਾ ਸਥਾਨ ਹੈਗਾ, ਉਹਦੀ ਸਪੇਸ ਹੈਗੀ ਉਹ ਖਤਮ ਹੋ ਰਹੀ ਹੈ। ਮਾਲਕੀ ਵਾਲੀ ਸਪੇਸ ਉਹਦੀ ਖਤਮ ਹੋ ਗਈ ਭਾਨੋ ਦੀ। ਨਵਾਂ ਜਿਹੜਾ ਮਾਲਕੀ ਦਾ ਸਪੇਸ ਲੈਣ ਲਈ ਉਹ ਭਾਗਵੰਤੀ ਆ ਗਈ। ਹੁਣ ਇਹਨਾਂ ਚੀਜ਼ਾਂ ਦੇ ਵਿੱਚੋਂ ਕਿਤੇ ਨਾ ਕਿਤੇ ਭਾਨੀ ਦਾ ਦੁਖਾਂਤ ਇੱਕ ਵਾਰੀ ਫੇਰ ਸਿਰ ਚੜ ਕੇ ਬੋਲ ਰਿਹਾ, ਇੱਕ ਵਾਰੀ ਫੇਰ ਪੂਰੇ ਟੌਪ ਤੇ ਆ ਗਿਆ ਇਸ ਨਾਵਲ ਦੇ ਵਿੱਚ। ਅਸਲ ਗੱਲ ਤਾਂ ਇਹ ਸੀ ਬਈ ਭਾਨੋ ਨੇ ਤਾਂ ਤੈਥੋਂ ਲੈਣੀ ਸੀ ਚਾਹ। ਭਾਗਵੰਤੀ ਹੱਸ ਕੇ ਨਰੈਣ ਨੂੰ ਚਾਹ ਦਾ ਗਲਾਸ ਫੜਾਉਂਦਿਆਂ ਕਿਹਾ। ਉਹ ਜਿਹੜਾ ਆਪਣਾ ਗਲਾਸ ਸੀਗਾ ਉਹਨੇ ਭਾਨੋ ਨੂੰ ਦੇਤਾ ਸੀਗਾ ਤੇ ਭਾਨੋ ਨਰੈਣ ਨੂੰ ਦੂਸਰਾ ਗਲਾਸ ਲਿਆ ਕੇ ਭਾਗਵੰਤੀ ਨੇ ਦੇਤਾ। ਕਮਲੀਏ ਹੁਕਮ ਮੰਨੀ ਦਾ ਪਤੀ ਪਰਮੇਸ਼ਰ ਦਾ, ਹੁਣ ਭਾਨੋ ਕਹਿ ਰਹੀ ਹੈ ਖਾਂ ਪਰਮੇਸ਼ਰ। ਭਾਗਵੰਤੀ ਨੇ ਠੁੱਠ ਵਿਖਾਇਆ, ਕਹਿੰਦੀ ਵੀ ਇਹੋ ਜਿਹੇ ਹੁੰਦੇ ਆ ਪਤੀ ਪਰਮੇਸ਼ਰ, ਨਰੈਣ ਵਰਗੇ। ਅਮਲੀ ਹੈ, ਇਸ ਬੰਦੇ ਦੀ ਦਿੱਖ ਦੇਖ ਲਾ। ਹੁਣ ਮੈਨੂੰ ਤਾਂ ਕਹਿੰਦੀ ਮਜਬੂਰੀ ਬਸ ਇਹਨੂੰ ਵਿਆਹ ਤਾ। ਇਹ ਕੁਛ ਅਣਗਹੀਆਂ ਗੱਲਾਂ ਜਿਹੜੀਆਂ ਭਾਗਵੰਤੀ ਦੀਆਂ ਗੱਲਾਂ ਤੋਂ ਲੱਗ ਰਹੀਆਂ। ਇਹ ਨਾਵਲਕਾਰਾਂ ਨੇ ਨਾਵਲ ਦੇ ਵਿੱਚ ਬੇਸ਼ੱਕ ਨਹੀਂ ਕਹੀਆਂ, ਪਰ ਮਹਿਸੂਸ ਹੁੰਦੀਆਂ ਕਿ ਭਾਗਵੰਤੀ ਨਰੈਣ ਨੂੰ ਬਹੁਤੀ ਤਵੱਜੋ ਨਹੀਂ ਦੇ ਰਹੀ। ਹੇਖਾਂ ਪਰਮੇਸ਼ਰ, ਪਰਮੇਸ਼ਰ ਦੇ ਕੀ ਹੋਰ ਸਿੰਘ ਲੱਗੇ ਹੋਣਗੇ। ਨਰੈਣ ਘੱਟੋ ਘੱਟ ਗੱਲਾਂ ਵਿੱਚ ਤਾਂ ਭਾਗਵੰਤੀ ਤੋਂ ਹਾਰਨਾ ਨਹੀਂ ਸੀ ਚਾਹੁੰਦਾ। ਚੰਗਾ ਚੰਗਾ ਮਖਾ ਭਾਨੋ ਦੇ ਪਰਮੇਸ਼ਰਾ, ਵਿਹੜੇ ਦੇ ਵਿੱਚ ਜਾ ਕੇ ਤੂੰ ਕਹਿੰਦੀ ਜੁੱਤੀ ਲਿਆ ਦੇ ਮੈਨੂੰ। ਮੋਧੂ ਕਈ ਦਿਨਾਂ ਤੋਂ ਮੇਰੀ ਜੁੱਤੀ ਲੈ ਗਿਆ ਸੀ, ਕਈ ਦਿਨ ਹੋ ਗਏ ਮੇਚ ਲੈ ਕੇ ਗਿਆ ਸੀ ਮੇਰੀ ਜੁੱਤੀ ਦਾ ਉਹ, ਤੇ ਮੈਨੂੰ ਨਵੀਂ ਜੁੱਤੀ ਬਣਾਉਣ ਦਾ ਇਕਰਾਰ ਕੀਤਾ ਸੀ ਉਸ ਮੋਧੂ ਨੇ। ਇਹ ਤਾਂ ਜਮਾਂ ਹੀ ਟੁੱਟ ਗਈ, ਅੱਜ ਤਾਂ ਬਾਹਰ ਵੀ ਨੰਗੇ ਪੈਰੀ ਗਈ ਆ। ਹੁਣ ਦੇਖੋ ਨਰੈਣ ਨੂੰ ਕਿਸ ਢੰਗ ਨਾਲ ਸੰਬੋਧਨ ਕਰ ਰਹੀ ਹੈ, ਚੰਗਾ ਚੰਗਾ ਮਖਾ ਭਾਨੋ ਦੇ ਪਰਮੇਸ਼ਰਾ। ਹੁਣ ਮੈਂ ਇਹਦਾ ਭਾਵ ਹੈ ਕਿ ਖੁਦ ਉਹਨੂੰ ਪਰਮੇਸ਼ਰ ਦਾ ਦਰਜਾ ਨਹੀਂ ਦੇ ਰਹੀ, ਪਤੀ ਦਾ ਦਰਜਾ ਵੀ ਨਹੀਂ ਦੇ ਰਹੀ। ਇਹ ਇੱਕ ਤਰ੍ਹਾਂ ਦੇ ਨਾਲ ਨਾਵਲਕਾਰਾਂ ਨੇ ਟੇਢੇ ਢੰਗ ਨਾਲ ਗੱਲ ਨੂੰ ਸਪਸ਼ਟ ਕਰਤਾ ਕਿ ਭਾਗਵੰਤੀ ਦਾ ਜਿਹੜਾ ਸੁਭਾਅ ਹੈਗਾ, ਨੇਚਰ ਹੈਗੀ ਹੈ, ਬਹੁਤ ਤੇਜ਼ ਹੈਗੀ ਹੈ। ਉਹ ਕਿਸੇ ਵੀ ਰੂਪ ਦੇ ਵਿੱਚ ਪ੍ਰੈਸ਼ਰ ਦੇ ਵਿੱਚ ਰਹਿਣ ਵਾਲੀ ਔਰਤ ਨਹੀਂ ਹੈਗੀ, ਉਹ ਤਾਂ ਨਰੈਣ ਨੂੰ ਅੱਗੇ ਲਾ ਕੇ ਰੱਖਣ ਵਾਲੀ ਔਰਤ ਹੈਗੀ ਹੈ। ਹੁਣ ਇਹਨਾਂ ਸਾਰੀਆਂ ਗੱਲਾਂ ਤੋਂ ਇਹੀ ਚੀਜ਼ ਉੱਭਰ ਰਹੀ ਹੈ। ਦੇ ਕੇ ਨਹੀਂ ਗਿਆ ਮੋਧੂ, ਕਾਹਨੂੰ ਦੇ ਕੇ ਗਿਆ? ਚੰਗਾ ਮੈਂ ਪੁੱਛਦਾ। ਹੁਣ ਨਰੈਣ ਨੂੰ ਕਹਿੰਦਾ ਵੀ ਮੈਂ ਜਾ ਕੇ ਉਹਨੂੰ ਪੁੱਛਦਾ ਕਿ ਵੀ ਸਾਡੀ ਜੁੱਤੀ ਬਣਾਈ ਹੈ ਕਿ ਨਹੀਂ, ਦੱਸ ਮੈਨੂੰ। ਆਖ ਕੇ ਨਰੈਣ ਜੁੱਤੀ ਲੈਣ ਜਾਂਦਾ ਜਾਂਦਾ ਰੁਕ ਕੇ ਭਾਨੋ ਵੱਲ ਮੂੰਹ ਕਰਕੇ ਬੋਲਿਆ, ਤੂੰ ਵੀ ਧਾਗਾ ਮਿਣ ਕੇ ਦੇ ਦੇ ਭਾਨੋ, ਹੁਣੇ ਕਹਿ ਆਊਂਗਾ, ਨਹੀਂ ਤਾਂ ਕੱਲ ਨੂੰ ਤੂੰ ਭੱਜੇਗੀ। ਨਹੀਂ, ਮੇਰੀ ਤਾਂ ਅਜੇ ਚੰਗੀ ਭਲੀ ਹੈ। ਦੇਖੋ ਹੁਣ ਉਹਦਾ ਸਬਰ ਦੇਖੋ ਭਾਨੋ ਦਾ, ਤੇ ਇਹ ਭਾਗਵੰਤੀ ਦਾ ਸਬਰ ਦੇਖੋ। ਭਾਨੋ ਬੋਲੀ ਤੇ ਨਰੈਣ ਨੂੰ ਜਾਂਦੇ ਨੂੰ ਕਿੰਨਾ ਚਿਰ ਪਿੱਛੇ ਤੋਂ ਵੇਖਦੀ ਰਹੀ। ਭਾਗਵੰਤੀ ਇੱਕ ਦੋ ਵਾਰੀ ਉਸ ਵੱਲ ਝਾਕੀ, ਕੁਝ ਪਲ ਚੁੱਪ ਵਰਤੀ ਰਹੀ। ਤੇਰਾ ਮੰਜਾ ਚਵਾਰੇ ਚ ਡਾਹ ਦਿਆਂ ਭਾਨੋ, ਹਵਾ ਹਾਰੇ ਨਾਲੇ। ਹੁਣ ਉਹਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਲੱਗ ਹੀ ਕਰਨਾ ਚਾਹੁੰਦੀ ਹੈ। ਡਾਹ ਦੇ, ਭਾਨੋ ਨੇ ਬੇਦਿਲੀ ਜਿਹੀ ਨਾਲ ਕਿਹਾ। ਕਹਿੰਦੀ ਹੁਣ ਤਾਂ ਤੇਰਾ ਹੀ ਹੁਕਮ ਚੱਲੂ ਘਰ ਦੇ ਵਿੱਚ, ਜਿੱਥੇ ਮਰਜੀ ਡਾਹ ਦੇ। ਚਵਾਰੇ ਵਿੱਚ ਪਈ ਭਾਨੋ ਨੂੰ ਬੜੀ ਰਾਤ ਗਈ ਤੱਕ ਹੇਠਾਂ ਭਾਗਵੰਤੀ ਤੇ ਨਰੈਣ ਦੀਆਂ ਗੱਲਾਂ ਕਰਨ ਦੀ, ਫਿਰ ਹੱਸਣ ਦੀ ਆਵਾਜ਼ ਆਉਂਦੀ ਰਹੀ। ਸੋ ਵਿਦਿਆਰਥੀਓ, ਹੁਣ ਅਸੀਂ ਦੇਖਦੇ ਹਾਂ ਕਿ ਇਸ ਕਾਂਡ ਦੇ ਵਿੱਚ ਆ ਕੇ
ਭਾਨੋ ਦੇ ਹੱਕਾਂ ਦੇ ਉੱਪਰ ਡਾਕਾ ਵੱਜ ਚੁੱਕਾ ਹੈ। ਭਾਨੋ ਦੇ ਜਿਹੜੇ ਹੱਕ ਨਰੈਣ ਦੇ ਘਰ ਵਿੱਚ ਉਹਨੂੰ ਮਿਲੇ ਸੀਗੇ ਉਹ ਤੋਂ ਖੁੱਸ ਗਏ ਹੈ। ਨਰੈਣ ਉਹਦੇ ਪਤੀ ਦੇ ਰੂਪ ਦੇ ਵਿੱਚ ਉਸ ਹਾਲਤ ਦੇ ਵਿੱਚ ਨਹੀਂ ਰਿਹਾ ਜਿਹੜੇ ਉਹਨੂੰ ਹੱਕ ਮਿਲਣੇ ਸੀਗੇ। ਉਹਦੇ ਹੱਕ ਆ ਕੇ ਭਾਗਵੰਤੀ ਨੇ ਲੈ ਲਏ ਹੈ। ਨਾਵਲ ਦੇ ਵਿੱਚ ਇਹ ਇੱਕ ਤਰ੍ਹਾਂ ਦੇ ਨਾਲ ਭਾਨੀ ਦੇ ਦੁਖਾਂਤ ਦਾ ਸਿਖਰ ਹੈ। ਇਹ ਤੋਂ ਪਹਿਲਾਂ ਵੀ ਉਹਨੇ ਦੁਖਾਂਤ ਦੀ ਹਾਲਤ ਭੋਗੀ ਹੈ। ਉਹਦਾ ਪਤੀ ਮਰਿਆ ਸੀਗਾ, ਮੋਰਾਂ ਵਾਲੀ ਵਾਲਾ ਸਰਵਨ, ਜਿਹੜਾ ਕਿ ਉਹਦੇ ਨਾਲ ਰਹਿੰਦਾ ਹਮੇਸ਼ਾ। ਉਹਨੂੰ ਆਪਣਾ ਪੇਕਾ ਘਰ ਛੱਡਣਾ ਪਿਆ ਸੀਗਾ ਔਰ ਦੁਖੀ ਹਾਲਤ ਦੇ ਵਿੱਚ ਉਹ ਨਰੈਣ ਦੇ ਘਰ ਆਏ ਸੀ। ਆਪਣੀ ਹਿੰਮਤ ਦੇ ਨਾਲ, ਆਪਣੀ ਲਿਆਕਤ ਦੇ ਨਾਲ ਉਹਨੇ ਨਰੈਣ ਦੇ ਘਰ ਆ ਕੇ ਇੱਕ ਮੁਕਾਮ ਬਣਾ ਲਿਆ ਸੀ। ਨਰੈਣ ਦੇ ਘਰ ਨੂੰ ਸਵਾਰ ਲਿਆ ਸੀ। ਨਰੈਣ ਦੇ ਨੂੰ ਪਿੰਡ ਦੇ ਵਿੱਚ ਇੱਕ ਜਿਉਂਦਿਆਂ ਦੇ ਵਿੱਚ ਕਰਤਾ ਸੀ ਉਹਨੇ। ਪਰ ਇੱਥੇ ਫਿਰ ਉਹਦੇ ਕਿਸਮਤ ਨੇ ਹਾਰ ਖਾਧੀ, ਜਾਂ ਸਮਾਜ ਦੇ ਵਿੱਚ ਆਪਣੀਆਂ ਲੋੜਾਂ ਸੀਗੀਆਂ ਔਰ ਭਾਨੋ ਦੀਆਂ ਜਿਹੜੀਆਂ ਸਥਿਤੀ ਸੀਗੀ ਉਹਦੇ ਪਿੱਛੇ ਕੋਈ ਅਜਿਹਾ ਮਰਦ, ਤਾਕਤਵਰ ਮਰਦ ਨਹੀਂ ਖੜਾ ਸੀਗਾ ਜਿਹੜਾ ਉਹਦੇ ਹੱਕਾਂ ਦੀ ਰੱਖਿਆ ਕਰ ਸਕਦਾ। ਭਰਾ ਉਹਦਾ ਮਰ ਗਿਆ ਸੀ, ਪਿਓ ਉਹਦਾ ਨਾ ਹੋਇਆ ਵਰਗਾ ਸੀ, ਮਾਂ ਉਹਦੀ ਮਰ ਗਈ ਸੀ ਬਚਪਨ ਦੇ ਵਿੱਚ। ਉਹ ਤਾਂ ਭਟਕਦੀ ਹੋਈ ਇੱਕ ਔਰਤ ਸੀ ਵਿਚਾਰੀ, ਜਿਹਦੀ ਸਥਿਤੀ ਸਮਾਜ ਦੇ ਵਿੱਚ ਬੜੀ ਡਾਮਾਡੋਲ ਸੀ ਔਰ ਡਾਮਾਡੋਲ ਸਥਿਤੀ ਨੂੰ ਲੈ ਕੇ ਉਹ ਨਰੈਣ ਦੇ ਘਰ ਆਈ ਸੀ। ਨਰੈਣ ਦੇ ਘਰ ਉਹਨੇ ਆਪਣੀ ਲਿਆਕਤ ਦੇ ਨਾਲ ਇੱਕ ਸਥਾਨ ਤਾਂ ਬਣਾ ਲਿਆ ਸੀ, ਪਰ ਉਹਦਾ ਸਥਾਨ ਇੱਕ ਵਾਰੀ ਫਿਰ ਖੋਹ ਲਿਆ ਗਿਆ ਹਰੀਏ ਵਰਗੇ ਲੋਕਾਂ ਨੇ ਔਰ ਉਸ ਨੂੰ ਫਿਰ ਇੱਕ ਦੁਖਾਂਤ ਵੱਲ ਧੱਕ ਦਿੱਤਾ ਗਿਆ। ਇਹ ਦੁਖਾਂਤ ਅੱਗੇ ਵਾਲੇ ਕਾਂਡਾਂ ਦੇ ਵਿੱਚ ਆ ਕੇ ਕਿਸ ਤਰ੍ਹਾਂ ਅੱਗੇ ਨੂੰ ਵੱਧ ਰਿਹਾ ਹੈ, ਕਿਵੇਂ ਇਸ ਦੁਖਾਂਤ ਦਾ ਐਂਡ ਹੈ ਜਾਂ ਇਸ ਦੁਖਾਂਤ ਦਾ ਨਵਾਂ ਰੂਪ ਕੀ ਹੈ, ਨਵਾਂ ਸਰੂਪ ਕੀ ਹੈ, ਆਉਣ ਵਾਲੇ ਆਪਾਂ ਕਾਂਡਾਂ ਦੇ ਵਿੱਚ ਦੇਖਾਂਗੇ। ਅੱਜ ਦਾ ਕਾਂਡ ਆਪਾਂ ਇਹਦਾ ਗੱਲ ਇੱਥੇ ਖਤਮ ਕਰਨ ਜਾ ਰਹੇ ਹਾਂ। ਆਉਣ ਵਾਲੇ ਦਿਨਾਂ ਵਿੱਚ ਅਗਲੇ ਵਿਸ਼ੇ ਦੀ ਗੱਲ ਕਰਾਂਗੇ, ਅਗਲੇ ਕਾਂਡਾਂ ਦੇ ਵਿਸ਼ੇ ਦੀ ਗੱਲ ਕਰਾਂਗੇ।